ਅਸੀਂ ਬੇਸਿਕਲੀ ਹੁਣ ਰਾਜਿਆਂ ਦੀ ਪੋਥੀਆਂ ਦੇ ਵਿੱਚ ਐਂਡ ਦੇ ਉੱਤੇ ਆ ਚੁੱਕੇ ਹਾਂ ਔਰ ਐਂਡ ਦੇ ਵਿੱਚ ਹੁਣ ਜਿੰਨੇ ਵੀ ਰਾਜੇ ਆਉਣੇ ਆ ਉਹ ਸਾਰੇ ਪਪਟ ਕਿੰਗਸ ਹੋਣੇ। ਉਹ ਜਾਂ ਉਹਨਾਂ ਨੇ ਮਿਸਰ ਦੀ ਅਧੀਨਤਾ ਕਰਨੀ ਆ ਜਾਂ ਉਹਨਾਂ ਨੇ ਬਾਬਲ ਦੀ ਅਧੀਨਤਾ ਕਰਨੀ ਆ, ਜਾਂ ਉਹਨਾਂ ਨੇ ਮਿਸਰ ਨੂੰ ਟੈਕਸ ਦਿੰਦੇ ਹੋਣਾ ਜਾਂ ਉਹਨਾਂ ਨੇ ਬਾਬਲ ਨੂੰ ਟੈਕਸ ਦਿੰਦੇ ਹੋਣਾ। ਦੂਸਰੇ ਪਾਸੇ ਕੀ ਹੋ ਰਿਹਾ ਕਿ ਸਮਾਂ ਜਿਹੜਾ ਆ ਇਸ ਵੇਲੇ ਤੇ ਅਸੂਰੀ ਰਾਜ ਦਾ ਅੰਤ ਹੋਰ ਹੁੰਦਾ ਜਾ ਰਿਹਾ। ਬੈਬਲੋਨ ਦਾ ਜਿਹੜਾ ਰਾਜਾ ਆ ਉਹ ਜ਼ੋਰ ਫੜਦਾ ਜਾ ਰਿਹਾ ਔਰ ਅਸੂਰੀਆਂ ਦੇ ਨਾਲ ਉਸਦੀ ਲਗਾਤਾਰ ਜੰਗ ਚੱਲਦੀ ਪਈ ਆ। ਈਵਨ ਅਸੀਂ ਇਹ ਕਹਿ ਸਕਦੇ ਹਾਂ ਕਿ ਯਸਾਇਆ ਦੀ ਮੌਤ ਤੋਂ ਪਹਿਲਾਂ, ਕਿਉਂਕਿ ਬੈਬਲੋਨ ਨੇ ਅਸੂਰ ਦੇ ਉੱਤੇ ਹਮਲਾ ਕੀਤਾ ਸੀ, ਇਸ ਕਰਕੇ ਇਜਿਪਟ ਦਾ ਜਿਹੜਾ ਫੈਰੋ ਸੀਗਾ, ਜਿਹੜਾ ਇਜਿਪਟ ਦਾ ਫਰਾਉਨ ਸੀਗਾ, ਉਸ ਦੀ ਮਦਦ ਦੇ ਲਈ ਜਾ ਰਿਹਾ ਸੀ ਬਾਬਲ ਤੇ ਸਿੰਥੀਅਨ ਤੇ ਜਿਹੜੀਆਂ ਟ੍ਰਾਈਬਸ ਸੀਗੀਆਂ ਉਹਨਾਂ ਦੇ ਹਮਲੇ ਤੋਂ ਬਚਾਉਣ ਦੇ ਲਈ। ਲੇਕਿਨ ਜੋਜ਼ਾਇਆ ਰਸਤੇ ਦੇ ਵਿੱਚ ਆ ਗਿਆ ਔਰ ਉਧਰਲੇ ਪਾਸੇ ਉਹ ਨਿਨਵਾ ਦੇ ਵਿੱਚ ਜਾ ਵੜੇ ਸੀਗੇ। ਨਿਨਵਾ ਉਹਨਾਂ ਦੀ ਰਾਜਧਾਨੀ ਸੀ। ਨਿਨਵਾ ਦੇ ਉੱਤੇ ਜਿਹੜਾ ਰਾਜਾ ਨਬੂਕਦਨਸਰ ਦਾ ਜਿਹੜਾ ਦਾਦਾ ਸੀ ਉਸਨੇ ਕਬਜ਼ਾ ਕਰ ਲਿਆ ਸੀ। ਨਬੂਕਦਨਸਰ ਦਾ ਬਾਪ ਗੱਦੀ ਦੇ ਉੱਤੇ ਨਹੀਂ ਬੈਠਾ, ਬਾਬੇ ਤੋਂ ਬਾਅਦ ਸਿੱਧਾ ਡਾਇਰੈਕਟ ਉਸਦਾ ਪੋਤਾ ਗੱਦੀ ਦੇ ਉੱਤੇ ਬੈਠਾ। ਨਬੂਕਦਨਸਰ ਇਸ ਵੇਲੇ ਉਹ ਆਪਣੇ ਦਾਦੇ ਦੇ ਹੇਠ ਇੱਕ ਤਰ੍ਹਾਂ ਦਾ ਕੈਪਟਨ ਆ ਆਰਮੀ ਦਾ, ਔਰ ਉਧਰਲੇ ਪਾਸਿਓਂ ਅਸੂਰ ਵਾਲੇ ਪਾਸੇ ਉਹਨਾਂ ਦੀ ਜੰਗ ਜਾਰੀ ਆ। I just want to show you ਕੀ ਹੋ ਰਿਹਾ। ਸੋ ਇਹ ਸਾਰੀ ਅਸੀਰੀਅਨ ਐਮਪਾਇਰ ਆ। ਹਰ ਪਾਸੇ ਤੋਂ ਜਿਸ ਵੇਲੇ ਇਧਰੋਂ ਬੈਬੀਲੋਨ ਉੱਠ ਕੇ ਖੜਾ ਹੋ ਗਿਆ ਤੇ ਹਰ ਪਾਸਿਓਂ ਹਮਲੇ ਹੋਣੇ ਸ਼ੁਰੂ ਹੋ ਗਏ। ਜਿਸ ਵੇਲੇ ਇਜਿਪਟ ਦਾ ਜਿਹੜਾ ਰਾਜਾ ਸੀ ਉਸ ਦੀ ਹੈਲਪ ਕਰਾਉਣ ਦੇ ਲਈ ਗਿਆ ਤੇ ਇਧਰੋਂ ਜਿਹੜੀਆਂ ਲਿਬੀਅਨ ਦੀਆਂ ਜਿਹੜੀਆਂ ਐਮਪਾਇਰ ਜਿਹੜੀਆਂ ਉਸ ਵੇਲੇ ਸੀ ਇਧਰਲੇ ਪਾਸੇ ਦੀਆਂ, ਉਹਨਾਂ ਨੇ ਇਜਿਪਟ ਦੇ ਉੱਤੇ ਕਬਜ਼ਾ ਕਰਨਾ ਚਾਹਿਆ, ਲੇਕਿਨ ਇਸ ਨੂੰ ਵੀ ਵਾਪਸ ਮੁੜਨਾ ਪਿਆ ਆਪਣਾ ਦੇਸ਼ ਬਚਾਉਣ ਦੇ ਲਈ। ਔਰ ਇਸ ਵੇਲੇ ਬਾਬਲ ਦਾ ਜਿਹੜਾ ਰਾਜਾ ਆ, ਕਸਦੀਆਂ ਦਾ ਜਿਹੜਾ ਰਾਜਾ ਆ, ਉਸਨੇ ਹੌਲੀ ਹੌਲੀ ਕਬਜ਼ਾ ਕਰਦਾ ਇਸ ਵੇਲੇ ਜਿਹੜੀ ਉਹਨਾਂ ਦਾ ਜਿਹੜਾ ਮੇਨ ਦੇਸ਼ ਆ, ਜਿਹੜਾ ਗੂੜਾ ਹਰਾਇਆ, ਇਹ ਉਹਨਾਂ ਦਾ ਮੇਨ ਦੇਸ਼ ਸੀਗਾ ਅਸੂਰ ਦਾ, ਜਿਹੜਾ ਅੱਜ ਅਸੀਂ ਉਹਨੂੰ ਸੀਰੀਆ ਕਹਿੰਦੇ। ਸੋ ਇਹ ਉਸਦਾ ਮੇਨ ਦੇਸ਼ ਸੀਗਾ। ਨਿਨਵਾ ਉਸਦੀ ਰਾਜਧਾਨੀ ਸੀ ਔਰ ਉਹ 612 ਈਸਵੀ ਦੇ ਵਿੱਚ, ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਨਿਨਵਾ ਦੇ ਲਾਗੇ ਪਹੁੰਚ ਚੁੱਕੇ ਸੀਗੇ। ਔਰ ਇਸ ਕਰਕੇ ਅਸੀਂ ਦੇਖਦੇ ਸੀਗੇ ਕਿ ਇਹ ਜਿਹੜਾ ਰਾਜਾ ਸੀ ਇਹ ਉਸ ਦੀ ਹੈਲਪ ਕਰਾਉਣ ਜਾ ਰਿਹਾ ਸੀ ਕਿ ਨਿਨਵਾ ਤੋਂ ਉਹਨਾਂ ਨੂੰ ਪਿੱਛੇ ਧੱਕ ਸਕੇ, ਲੇਕਿਨ ਇਹ ਕਾਮਯਾਬ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਨਿਨਵਾ ਨੂੰ ਆਲੇ ਦੁਆਲੇ ਘੇਰਾ ਪਾ ਲਿਆ ਸੀਗਾ। ਔਰ ਇਸ ਵੇਲੇ ਬਾਬਲ ਦਾ ਜਿਹੜਾ ਰਾਜਾ ਆ ਉਸਨੇ ਇਹਨਾਂ ਨੂੰ ਘੇਰਾ ਪਾਇਆ, ਕਿਉਂਕਿ ਹੁਣ ਅਸੀਂ ਸਿਰਫ ਦੋ ਰਾਜਾਂ ਬਾਰੇ ਪੜ੍ਹਨਾ, ਜਾਂ ਤਾਂ ਅਸੀਂ ਪੜ੍ਹਨਾ ਹੈਗਾ ਆ ਇਜਿਪਟ ਦੇ ਬਾਰੇ, ਜਾਂ ਅਸੀਂ ਪੜ੍ਹਨਾ ਬਾਬਲ ਦੇ ਬਾਰੇ, ਕਿਉਂਕਿ ਬਾਬਲ ਨੇ ਬੇਸਿਕਲੀ ਜਿੱਥੇ ਤੱਕ ਉਹਨਾਂ ਦਾ ਕਬਜ਼ਾ ਸੀਗਾ, ਬਾਬਲ ਨੇ ਉੱਥੇ ਤੱਕ ਕਬਜ਼ਾ ਕਰ ਲਿਆ ਸੀ। ਔਰ ਲੇਕਿਨ ਇੱਕ ਚੀਜ਼ ਜਿਹੜੀ ਇੱਥੇ ਦੇਖਣ ਵਾਲੀ ਆ ਉਹ ਇਹ ਆ, ਮੇਨ ਚੀਜ਼ ਇਹ ਦੇਖਣ ਵਾਲੀ ਆ, ਦੇਖੋ ਜਿਹੜਾ ਕਿੰਨੀ ਕੁ ਕਿੰਗਡਮ ਹੈ, ਨਿੱਕੀ ਜਿਹੀ ਕਿੰਗਡਮ, ਛੋਟੀ ਜਿਹੀ ਕਿੰਗਡਮ, ਕਿਉਂਕਿ ਪ੍ਰਭੂ ਦਾ ਬਚਾਅ ਦਾ ਹੱਥ ਉਹਨਾਂ ਦੇ ਉੱਤੇ, ਉਹਨਾਂ ਨੂੰ ਐਡਾ ਵੱਡਾ ਰਾਜ ਕੁਛ ਨਹੀਂ ਕਰ ਸਕਿਆ। ਈਵਨ ਬਾਬਲ ਦੇ ਰਾਜੇ ਨੇ ਵੀ ਇੱਥੇ ਤੱਕ ਕਬਜ਼ਾ ਕਰ ਲੈਣਾ ਆ, ਔਰ ਆਖਰ ਦੇ ਵਿੱਚ ਜਿੰਨੀ ਦੇਰ ਤੱਕ ਪ੍ਰਭੂ ਦੀ ਉਹਦੇ ਉੱਤੇ ਉਦੋਂ ਹੁਕਮ ਪੂਰਾ ਕਰਨ ਦੇ ਲਈ ਨਹੀਂ ਕਿਹਾ ਜਾਣਾ, ਉਨੀ ਦੇਰ ਤੱਕ ਉਹਨੇ ਵੀ ਯਹੂਦਾ ਦੇ ਉੱਤੇ ਕਬਜ਼ਾ ਨਹੀਂ ਕਰ ਸਕਣਾ। ਔਰ ਅਸੀਂ ਇਹ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖ ਸਕਦੇ ਹਾਂ ਕਿ ਭਾਵੇਂ ਅਸੀਂ ਛੋਟੇ ਹਾਂ, ਲੇਕਿਨ ਪ੍ਰਭੂ ਦੀ ਕਿਰਪਾ ਸਾਡੇ ਨਾਲ ਤੇ ਫਿਰ ਸਾਨੂੰ ਕੋਈ ਨਹੀਂ ਛੂ ਸਕਦਾ। ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ।
सो ਅਸੀਂ ਹੁਣ ਅਗਲੇ ਰਾਜਿਆਂ ਦੇ ਉੱਤੇ ਆ ਗਏ ਹਾਂ। ਬਾਬਲ ਵੱਧਦਾ ਜਾ ਰਿਹਾ ਅੱਗੇ ਨੂੰ, ਬਾਬਲ ਸੀਰੀਆ ਦੇ ਉੱਤੇ ਕਬਜ਼ਾ ਕਰਦਾ ਜਾ ਰਿਹਾ, ਬਾਬਲ ਇਹਨਾਂ ਦੇ ਦਰਵਾਜ਼ੇ ਦੇ ਲਾਗੇ ਛਾਗੇ ਘੁੰਮਦਾ ਪਿਆ ਇਸ ਵੇਲੇ। ਲੇਕਿਨ ਜਿਹੜਾ ਇਸ ਵੇਲੇ ਜਿਹੜੀ ਜੰਗ ਚੱਲਦੀ ਪਈ ਆ ਉਹ ਇਸ ਤਰ੍ਹਾਂ ਆ ਕਿ ਇਜਿਪਟ ਚਾਹੁੰਦਾ ਕਿ ਮੇਰਾ ਇਨਫਲੂਐਂਸ ਜੂਡਾ ਦੇ ਉੱਤੇ ਹੋਵੇ, ਯਹੂਦਾ ਦੇ ਉੱਤੇ ਹੋਵੇ, ਉਹ ਤਾਂ ਕਿ ਉਹ ਇਸ ਨੂੰ ਇੱਕ ਬਫਰ ਸਟੇਟ ਯੂਜ਼ ਕਰ ਸਕੇ ਆਪਣੇ ਵਿੱਚ ਤੇ ਬਾਬਲ ਦੇ ਵਿੱਚ। ਸੋ ਉਸਨੂੰ ਉਹ ਆਪਣਾ ਬਚਾਅ ਦੇ ਲਈ ਯਹੂਦਾ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਮੰਗਦਾ, ਲੇਕਿਨ ਉਸਦੇ ਉੱਤੇ ਕਬਜ਼ਾ ਨਹੀਂ ਕਰਨਾ ਮੰਗਦਾ, ਉਸ ਤੇ ਕਬਜ਼ਾ ਨਹੀਂ ਕਰਨਾ ਮੰਗਦਾ, ਇੱਕ ਬਫਰ ਸਟੇਟ ਬਣਾ ਕੇ ਰੱਖਣਾ ਮੰਗਦਾ। ਬਫਰ ਸਟੇਟ ਹੁੰਦੀ ਹੈਗੀ ਆ ਦੋਵਾਂ ਰਾਜਾਂ ਦੇ ਗੱਬੇ ਜਿਹੜਾ ਕੋਈ ਦੇਸ਼ ਆ ਜਾਵੇ। ਜਿਸ ਤਰ੍ਹਾਂ ਅਸੀਂ ਇੰਡੀਆ ਨੂੰ ਦੇਖਦੇ ਹਾਂ ਨਾ, ਇੰਡੀਆ ਦੀ ਇੱਕ ਗੱਬੇ ਨੇਪਾਲ ਦੀ ਸਟੇਟ ਆਉਂਦੀ ਹੈ ਔਰ ਨੇਪਾਲ ਦੇ ਪਰਲੇ ਪਾਸੇ ਚਾਈਨਾ, ਇਧਰਲੇ ਪਾਸੇ ਇੰਡੀਆ। ਸੋ ਨੇਪਾਲ ਗੱਬੇ ਆ ਗਿਆ, it becomes a buffer state, it becomes a buffer state। ਸੋ ਇਸੇ ਤਰ੍ਹਾਂ ਉਹ ਉਸ ਨੂੰ ਬਫਰ ਸਟੇਟ ਬਣਾ ਕੇ ਯੂਜ਼ ਕਰਨਾ ਮੰਗਦਾ ਸੀ। ਸੋ ਆਓ ਪ੍ਰਭੂ ਦੇ ਵਚਨ ਚ ਦੇਖਦੇ ਹਾਂ, ਉਸ ਤੋਂ ਸਾਨੂੰ ਹੋਰ ਜ਼ਿਆਦਾ ਪਤਾ ਲੱਗੇਗਾ। ਅਸੀਂ ਪਹੁੰਚ ਗਏ ਸੀਗੇ ਦੂਸਰਾ ਰਾਜਾ 23ਵਾਂ ਭਾਵ ਉਸ ਦੀ 31 ਆਇਤ ਤੋਂ। ਹਾਂਜੀ ਮੈਂ ਪੜ੍ਹਦਾ ਮਾਸਟਰ ਜੀ। ਯਹੂਦਾ ਦਾ ਰਾਜਾ ਯਹੋਹਾਜ਼ ਜਦੋਂ ਰਾਜਾ ਬਣਿਆ ਤਾਂ ਉਸ ਦੀ ਉਮਰ 23 ਸਾਲ ਸੀ। ਉਸਨੇ ਯਰੂਸ਼ਲਮ ਵਿੱਚ ਕੇਵਲ 3 ਮਹੀਨੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਹਮੂਟਲ ਸੀ, ਜੋ ਲਿਬਨਾਨ ਨਿਵਾਸੀ ਜਰਮਿਆ ਦੀ ਪੁੱਤਰੀ ਸੀ। ਉਸਨੇ ਆਪਣੇ ਪੁਰਖਿਆਂ ਵਾਂਗ ਪ੍ਰਭੂ ਦੀ ਇੱਛਾ ਵਿਰੁੱਧ ਪਾਪ ਕੀਤਾ ਸੀ। ਤਦ ਯਹੋਆਹਾਜ਼ ਨੂੰ ਮਿਸਰ ਦੇ ਰਾਜਾ ਫਰਾਉਨ ਕੋ ਰਿਬਲਾ ਨਗਰ ਵਿੱਚ, ਜੋ ਹਮਾਤ ਦੇਸ਼ ਵਿੱਚ ਹੈ, ਬੰਦੀ ਬਣਾ ਕੇ ਕੈਦ ਵਿੱਚ ਪਾ ਦਿੱਤਾ। ਇਸ ਤਰ੍ਹਾਂ ਯਰੂਸ਼ਲਮ ਵਿੱਚ ਰਾਜ ਨਹੀਂ ਕਰ ਸਕਦਾ ਸੀ। ਮਿਸਰ ਦੇ ਰਾਜਾ ਨੇ ਉਸ ਉੱਤੇ 3400 ਕਿਲੋ ਚਾਂਦੀ ਤੇ 34 ਕਿਲੋ ਸੋਨਾ ਟੈਕਸ ਦੇ ਤੌਰ ਉੱਤੇ ਲਾ ਦਿੱਤਾ। ਤਦ ਮਿਸਰ ਦੇ ਰਾਜਾ ਫਰਾਉਨਕੋ ਨੇ ਜੋਸ਼ਨ ਦੀ ਰਾਜਗੱਦੀ ਉੱਤੇ ਉਸ ਦੇ ਪੁੱਤਰ ਅਲਿਆਕੀਮ ਨੂੰ ਬਿਠਾ ਦਿੱਤਾ ਤੇ ਉਸ ਦਾ ਨਾਂ ਬਦਲ ਕੇ ਯਹੋਯਕੀਮ ਰੱਖ ਦਿੱਤਾ। ਰਾਜਾ ਨਕੋ ਯਹੋਆਹਾਜ਼ ਨੂੰ ਆਪਣੇ ਨਾਲ ਮਿਸਰ ਵਿੱਚ ਲੈ ਗਿਆ, ਜੋ ਉੱਥੇ ਹੀ ਮਰ ਗਿਆ। ਯਹੂਦਾ ਦਾ ਰਾਜਾ ਯਹੋਯਕੀਮ ਨੇ ਆਪਣੇ ਲੋਕਾਂ ਉੱਤੇ ਉਹਨਾਂ ਦੀ ਸੰਪਤੀ ਅਨੁਸਾਰ ਟੈਕਸ ਲਾਇਆ ਅਤੇ ਉਹ ਇਸ ਸਭ ਇਕੱਠਾ ਕਰਕੇ ਮਿਸਰ ਦੇ ਰਾਜੇ ਨੂੰ ਟੈਕਸ ਦਿੰਦਾ ਸੀ। ਯਹੋਯਕੀਮ ਦੀ ਰਾਜਾ ਬਣਨ ਸਮੇਂ 25 ਸਾਲ ਉਮਰ ਸੀ ਅਤੇ ਉਸਨੇ ਯਰੂਸ਼ਲਮ ਵਿੱਚ 11 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਜਬੂਦਾ ਸੀ, ਜੋ ਰਮਾ ਨਿਵਾਸੀ ਪਦਿਆ ਦੀ ਪੁੱਤਰੀ ਸੀ। ਉਸਨੇ ਵੀ ਆਪਣੇ ਪੁਰਖਿਆਂ ਵਾਂਗ ਪ੍ਰਭੂ ਦੀ ਇੱਛਾ ਦੇ ਵਿਰੁੱਧ ਪਾਪ ਕੀਤਾ। ਪ੍ਰਭੂ ਦੀ ਇੱਛਾ ਦੇ ਵਿਰੁੱਧ ਪਾਪ ਕੀਤਾ। ਸੋ ਅਸੀਂ 608 ਈਸਵੀ ਦੇ ਵਿੱਚ 608 ਸਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਪਹੁੰਚ ਚੁੱਕੇ। ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 608 ਸਾਲ ਪਹਿਲਾਂ ਅਸੀਂ ਇਹ ਸਾਰਾ ਕੁਝ ਦੇਖਦੇ ਪਏ ਹਾਂ। ਸੋ ਸਭ ਤੋਂ ਪਹਿਲਾਂ ਤਾਂ ਉਸਦੇ ਯਸਾਇਆ ਦੇ ਪੁੱਤਰ ਯਹੋਆਹਾਜ਼ ਨੂੰ ਬਣਾਇਆ ਗਿਆ, ਲੇਕਿਨ ਇਜਿਪਟ ਦਾ ਰਾਜਾ ਆਇਆ, ਉਸਨੇ ਉਸ ਨੂੰ ਬੰਦੀ ਬਣਾ ਲਿਆ ਔਰ ਉਸ ਨੂੰ ਬੰਦੀ ਬਣਾ ਕੇ ਉਸਨੇ ਉਸ ਦੀ ਜਗ੍ਹਾ ਤੇ ਉਸ ਦਾ ਜਿਹੜਾ ਦੂਸਰਾ ਭਰਾ ਸੀਗਾ ਉਸ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ। ਉਸਦੇ ਭਰਾ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ। ਔਰ ਇੱਥੇ ਵਚਨ ਦੇ ਵਿੱਚ ਲਿਖਿਆ ਯਸਾਇਆ ਦੀ ਰਾਜਗੱਦੀ ਉੱਤੇ ਉਸਦਾ ਪੁੱਤਰ ਅਲ-ਯਾਕੀਮ ਬਿਠਾ ਦਿੱਤਾ, ਪਰ ਉਸਦਾ ਨਾਮ ਬਦਲ ਕੇ ਯਹੋਯਕੀਮ ਉਸਨੇ ਰੱਖ ਦਿੱਤਾ। ਨਾਮ ਬਦਲਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਤੂੰ ਮੇਰੇ ਕਬਜ਼ੇ ਦੇ ਵਿੱਚ ਹੈ। ਉਹਦਾ ਅਸਲੀ ਨਾਮ ਲੈ ਲਿਆ ਜਾਂਦਾ ਸੀ। ਉਸਦਾ ਨਾਮ ਬਦਲ ਕੇ ਉਸ ਨੂੰ ਗੱਦੀ ਤੇ ਬਿਠਾ ਦਿੱਤਾ। ਹੁਣ ਸਾਰੇ ਯਹੂਦਾ ਦੇ ਦੇਸ਼ ਦੇ ਲੋਕ ਜਿਹੜੇ ਇੱਕ ਵੇਲੇ ਉਸ ਨੂੰ ਇੱਕ ਨਾਮ ਦੇ ਨਾਲ ਜਾਣਦੇ ਹੁੰਦੇ ਸੀਗੇ, ਉਸ ਨੂੰ ਪਤਾ ਸੀਗਾ ਕਿ ਰਾਜਾ ਦਾ ਜਿਹੜਾ ਦੂਸਰਾ ਪੁੱਤਰ ਆ ਅਲ-ਯਾਕੀਮ, ਉਸਦਾ ਨਾਮ ਅਲ-ਯਾਕੀਮ ਹੈ। ਉਸਦਾ ਨਾਮ ਇਜਿਪਟ ਦੇ ਰਾਜੇ ਨੇ ਬਦਲ ਦਿੱਤਾ ਹੈ।
ਔਰ ਇਸ ਕਰਕੇ ਜੇ ਰਾਜਾ ਉਸਦੇ ਕਬਜ਼ੇ ਦੇ ਵਿੱਚ ਹੈ ਤਾਂ ਅਸੀਂ ਵੀ ਉਸਦੇ ਕਬਜ਼ੇ ਦੇ ਵਿੱਚ। ਸਾਡਾ ਰਾਜਾ ਫ੍ਰੀ ਨਹੀਂ ਗਾ, ਆਜ਼ਾਦ ਨਹੀਂ ਗਾ, ਬੇਸ਼ੱਕ ਉਹ ਗੱਦੀ ਤੇ ਬੈਠਾ। ਸੋ ਉਹਦੇ ਰਾਹੀਂ ਉਹਨਾਂ ਨੂੰ ਇਜਿਪਟ ਦਾ ਹੁਕਮ ਮੰਨਣਾ ਪੈਂਦਾ ਸੀ। ਇਸ ਵੇਲੇ ਉਹ ਮਿਸਰ ਦਾ ਹੁਕਮ ਮੰਨਦੇ ਪਏ ਔਰ ਟੈਕਸ ਦਾ ਪੈਸਾ ਇਕੱਠਾ ਕਰਕੇ ਹਰ ਸਾਲ ਉਹ ਟੈਕਸ ਦਾ ਪੈਸਾ ਮਿਸਰ ਨੂੰ ਘੱਲਦੇ ਪਏ। ਔਰ ਯਹੋਯਾਕੀਮ ਨੂੰ ਇਹ ਯਕੀਨ ਕਿ ਅਗਰ ਬਾਬਲ ਦਾ ਰਾਜਾ ਮੇਰੇ ਤੱਕ ਆਇਆ ਤੇ ਮੇਰੀ ਮਦਦ ਜ਼ਰੂਰ ਹੋਊਗੀ, ਮੇਰੀ ਮਦਦ ਜ਼ਰੂਰ ਹੋਊਗੀ। ਇਜਿਪਟ ਦਾ ਜਿਹੜਾ ਫਿਰੌਨ ਆ ਉਹ ਮੇਰੀ ਮਦਦ ਕਰੇਗਾ, ਕਿਉਂਕਿ ਅਸੂਰ ਬੇਸ਼ੱਕ ਉਸ ਵੇਲੇ ਮਿਸਰ ਦੇ ਨਾਲ ਮਿੱਤਰਤਾ ਤਾਂ ਨਹੀਂ ਸੀ, ਕਬਜ਼ਾ ਸੀ ਉਹਨਾਂ ਦਾ। ਲੇਕਿਨ ਜਿਸ ਵੇਲੇ ਬਾਬਲ ਦੇ ਰਾਜੇ ਨੇ ਦੂਸਰੇ ਪਾਸਿਓਂ ਆ ਕੇ ਅਸੂਰ ਦੇ ਉੱਤੇ ਕਬਜ਼ਾ ਕਰ ਲਿਆ ਤੇ ਇਜਿਪਟ ਜਿਹੜਾ ਸੀ ਉਹ ਫ੍ਰੀ ਹੋ ਗਿਆ, ਉਹਦੇ ਸ਼ਿਕੰਜੇ ਚੋਂ ਨਿਕਲ ਗਿਆ। ਸੋ ਉਸਦਾ ਫਿਰੌਨ ਆਪਣੇ ਤਰੀਕੇ ਦੇ ਨਾਲ ਆਪਣੇ ਬਚਾਓ ਦੇ ਲਈ ਸਭ ਕੁਝ ਕਰਦਾ। ਇਹ ਹੈ ਇਤਿਹਾਸ। ਤੁਸੀਂ ਦੇਖੋ ਕਿ ਇੱਕ ਛੋਟਾ ਜਿਹਾ ਰਾਜਾ ਜਿਸ ਦੇ ਆਲੇ ਦੁਆਲੇ ਸਾਰਾ ਇਤਿਹਾਸ ਘੁੰਮਦਾ ਪਿਆ ਹੈ ਕਿ ਨਹੀਂ? ਅਜੀਬ ਜੀ। ਸੋ ਹੁਣ ਉਹ ਟੈਕਸ ਇਕੱਠਾ ਕਰਕੇ ਲੋਕਾਂ ਦਾ ਲਹੂ ਪੀ ਕੇ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਹਿਸਾਬ ਦੇ ਨਾਲ ਉਹ ਹਰੇਕ ਸਾਲ ਟੈਕਸ ਇਕੱਠਾ ਕਰਕੇ ਤਾਂ ਉਧਰ ਨੂੰ ਘੱਲਦਾ ਪਿਆ। 24ਵਾਂ ਭਾਵ ਇਸ ਦੀਆਂ ਪਹਿਲੀਆਂ 7 ਆਇਤਾਂ। ਰਾਜਾ ਯਹੋਯਾਕੀਮ ਦੇ ਰਾਜਕਾਲ ਵਿੱਚ ਬਾਬਲ ਦੇ ਰਾਜਾ ਨਬੂਕਦਨਸਰ ਨੇ ਯਹੂਦਾ ਉੱਤੇ ਚੜ੍ਹਾਈ ਕੀਤੀ ਅਤੇ ਉਸਨੇ 3 ਸਾਲ ਤੱਕ ਯਹੋਯਾਕੀਮ ਨੂੰ ਆਪਣੇ ਅਧੀਨ ਰੱਖਿਆ। ਪਰ 3 ਸਾਲਾਂ ਦੇ ਪਿੱਛੋਂ ਯਹੋਯਾਕੀਮ ਨੇ ਬਾਬਲ ਦੇ ਰਾਜਾ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ। ਤਦ ਪ੍ਰਭੂ ਨੇ ਆਪਣੇ ਨਬੀਆਂ ਦੇ ਕਹੇ ਅਨੁਸਾਰ ਯਹੂਦਾ ਦੇ ਵਿਰੁੱਧ ਕਸਦੀਆਂ, ਅਰਾਮੀਆਂ, ਮੁਆਬੀਆਂ ਅਤੇ ਅਮੋਨੀਆਂ ਦੇ ਦਲ ਘੱਲੇ ਕਿ ਉਹ ਉਸ ਨੂੰ ਤਬਾਹ ਕਰਨ। ਇਹ ਸਭ ਪ੍ਰਭੂ ਦੀ ਆਗਿਆ ਅਨੁਸਾਰ ਹੋਇਆ, ਕਿਉਂਕਿ ਉਹ ਯਹੂਦਾ ਦੇ ਲੋਕਾਂ ਨੂੰ ਰਾਜਾ ਮਨੱਸੇ ਦੇ ਪਾਪਾਂ ਕਾਰਨ ਆਪਣੇ ਸਾਹਮਣੇੋਂ ਹਟਾਉਣਾ ਚਾਹੁੰਦਾ ਸੀ, ਖਾਸ ਕਰਕੇ ਮਨੱਸੇ ਦੇ ਉਸ ਪਾਪ ਕਾਰਨ ਜੋ ਉਸਨੇ ਬਹੁਤ ਸਾਰੇ ਲੋਕਾਂ ਨੂੰ ਕਤਲ ਕਰਕੇ ਕੀਤਾ ਸੀ। ਉਸਨੇ ਲੋਕਾਂ ਦੇ ਲਹੂ ਨਾਲ ਯਰੂਸ਼ਲਮ ਦੀਆਂ ਗਲੀਆਂ ਤਰ ਕਰ ਦਿੱਤੀਆਂ ਸਨ। ਪ੍ਰਭੂ ਨੇ ਉਸ ਦਾ ਇਹ ਪਾਪ ਮਾਫ ਨਾ ਕੀਤਾ। ਰਾਜਾ ਯਹੋਯਾਕੀਮ ਨੇ ਬਾਕੀ ਦੇ ਸਭ ਕੀਤੇ ਕੰਮਾਂ ਦਾ ਬਿਆਨ ਯਹੂਦਾ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਤਦ ਯਹੋਯਾਕੀਮ ਮਰ ਗਿਆ ਤੇ ਉਸ ਦੀ ਥਾਂ ਉਸ ਦਾ ਪੁੱਤਰ ਯਹੋਯਾਕੀਨ ਯਹੂਦਾ ਦਾ ਰਾਜਾ ਬਣਿਆ। ਮਿਸਰ ਦਾ ਰਾਜਾ ਅਤੇ ਉਸ ਦੀ ਸੈਨਾ ਇਸ ਦੇ ਪਿੱਛੋਂ ਕਦੀ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲੀ, ਕਿਉਂਕਿ ਬਾਬਲ ਦਾ ਰਾਜਾ ਮਿਸਰ ਦੇ ਅਧੀਨ ਸਭ ਇਲਾਕਿਆਂ ਅਰਥਾਤ ਦਰਿਆ ਫਰਾਤ ਤੋਂ ਲੈ ਕੇ ਮਿਸਰ ਦੀ ਉੱਤਰੀ ਹੱਦ ਤੱਕ ਪ੍ਰਬੰਧ ਕਰਦਾ ਸੀ। ਆਮੀਨ। ਸੋ ਹੁਣ ਅਸੀਂ ਦੇਖਿਆ, ਅਸੀਂ ਗਾਂ ਜਾ ਕੇ ਇਹਦੇ ਬਾਰੇ ਖੋਲ ਕੇ ਦੇਖਣਾ। ਇਸਨੇ ਬਥੇਰੇ ਬੰਦੇ ਘੱਲਣੇ ਮੇਰੀ ਮਦਦ ਦੇ ਲਈ ਆ। ਮਿਸਰ ਨੇ ਵੀ ਇੱਕ ਤਰ੍ਹਾਂ ਦੀ ਸੰਧੀ ਕਰ ਲਈ। ਮਿਸਰ ਨੇ ਕੀ ਸੰਧੀ ਕੀਤੀ ਹੈਗੀ ਆ ਇਸ ਵੇਲੇ? ਲੈਟ ਮੀ ਸ਼ੋ ਯੂ ਇਨ ਦਾ ਮੈਪ। ਮਿਸਰ ਨੇ ਜਿਹੜੀ ਸੰਧੀ ਕੀਤੀ ਆ ਉਹ ਇਹ ਸੰਧੀ ਕੀਤੀ ਆ ਕਿ ਆਹ ਸਾਰਾ ਇਲਾਕਾ ਮੈਂ ਤੈਨੂੰ ਦਿੱਤਾ, ਆ ਜਿੰਨਾ ਵੀ ਇਲਾਕਾ ਜਿਹੜਾ ਹੈਗਾ ਇਹ ਮੈਂ ਤੈਨੂੰ ਦਿੱਤਾ, ਅਸੀਂ ਆਪਣੀਆਂ ਹੱਦਾਂ ਦੇ ਵਿੱਚ ਰਵਾਂਗੇ, ਅਸੀਂ ਆਪਣੀਆਂ ਹੱਦਾਂ ਚੋਂ ਬਾਹਰ ਨਹੀਂ ਆਵਾਂਗੇ, ਤੂੰ ਮੇਰੇ ਤੇ ਹਮਲਾ ਨਹੀਂ ਕਰੇਂਗਾ। ਸੋ ਮਿਸਰ ਯਹੂਦਾ ਦੀ ਹੈਲਪ ਨਹੀਂ ਕਰਨ ਆਇਆ, ਈਵਨ ਦੋ ਤੇ ਕਿ ਇਹ ਮੂੰਹ ਚੱਕ ਕੇ ਤੱਕਦੇ ਰਹੇ ਕਿ ਮਿਸਰ ਆਊਗਾ, ਸਾਨੂੰ ਬਚਾਊਗਾ। ਉਹ ਨਹੀਂ ਆਇਆ, ਉਹਨਾਂ ਨੇ ਆਪਣੀ ਜਾਨ ਬਚਾਈ, ਕਿਉਂਕਿ ਬੈਬੀਲੋਨ ਦੇ ਰਾਜਾ ਤੇ ਦੂਸਰੇ ਪਾਸੇ ਜਿਹੜੇ ਮਾਦ ਦੇ ਸੀਗੇ ਔਰ ਦੂਸਰੀਆਂ ਜਿਹੜੀਆਂ ਉੱਪਰਲੀਆਂ ਪਹਾੜੀ ਟਰਾਈਬਾਂ ਸੀਗੀਆਂ, ਉਹਨਾਂ ਦਾ ਜ਼ੋਰ ਬਹੁਤ ਪੈ ਚੁੱਕਾ ਸੀ। ਸੋ ਉਸਨੇ ਬਾਹਰ ਨਿਕਲਣ ਤੋਂ ਹਾਂ ਕਰ ਦਿੱਤੇ। ਹੁਣ ਅਸੀਂ ਅੱਗੇ ਦੇਖਣਾ ਕਿ 8ਵੀਂ ਆਇਤ ਤੋਂ ਲੈ ਕੇ 8ਵੀਂ ਆਇਤ ਤੋਂ ਲੈ ਕੇ
ਅਸੀਂ 8ਵੀਂ ਤੋਂ ਲੈ ਕੇ 17 ਤੱਕ ਕੋਈ ਜਰਾ ਜਦੋਂ ਯਹੋਯਕੀਨ ਰਾਜਾ ਬਣਿਆ ਤਾਂ ਉਸ ਦੀ ਉਮਰ 18 ਸਾਲ ਸੀ ਅਤੇ ਉਸਨੇ ਯਰੂਸ਼ਲਮ ਵਿੱਚ 3 ਮਹੀਨੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਨਹੁਸ਼ਤਾ ਜੋ ਯਰੂਸ਼ਲਮ ਨਿਵਾਸੀ ਅਲਨਾਥਾਨ ਦੀ ਪੁੱਤਰੀ ਸੀ। ਰਾਜਾ ਯਹੋਯਕੀਨ ਨੇ ਵੀ ਆਪਣੇ ਪਿਤਾ ਦੀ ਤਰ੍ਹਾਂ ਪ੍ਰਭੂ ਦੀ ਇੱਛਾ ਦੇ ਵਿਰੁੱਧ ਪਾਪ ਕੀਤਾ। ਰਾਜਾ ਯਹੋਯਕੀਨ ਦੇ ਰਾਜਕਾਲ ਵਿੱਚ ਹੀ ਬਾਬਲ ਦੇ ਰਾਜਾ ਨਬੂਕਦਨੇਸਰ ਦੇ ਸੈਨਾਪਤੀ ਨੇ ਆਪਣੀ ਸੈਨਾ ਲੈ ਕੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰ ਲਿਆ। ਜਦੋਂ ਯਰੂਸ਼ਲਮ ਸ਼ਹਿਰ ਪੂਰੀ ਤਰ੍ਹਾਂ ਨਾਲ ਘੇਰਿਆ ਗਿਆ ਤਾਂ ਰਾਜਾ ਨਬੂਕਦਨੇਸਰ ਆਪ ਉੱਥੇ ਆ ਗਿਆ। ਤਦ ਰਾਜਾ ਯਹੋਯਕੀਨ ਨੇ ਆਪਣੇ ਮਾਤਾ ਪੁੱਤਰਾਂ ਦਰਬਾਰੀਆਂ ਆਦਿ ਦੇ ਨਾਲ ਆਪਣੇ ਆਪ ਨੂੰ ਰਾਜਾ ਨਬੂਕਦਨੇਸਰ ਦੇ ਹੱਥੀਂ ਸੌਂਪ ਦਿੱਤਾ। ਸੋ ਨਬੂਕਦਨੇਸਰ ਨੇ ਉਸ ਨੂੰ ਉਸਦੇ ਰਾਜਕਾਲ ਦੇ 8ਵੇਂ ਸਾਲ ਵਿੱਚ ਬੰਦੀ ਬਣਾ ਲਿਆ। ਨਬੂਕਦਨੇਸਰ ਨੇ ਪ੍ਰਭੂ ਦੇ ਬਚਨ ਅਨੁਸਾਰ ਮੰਦਰ ਦੇ ਸਾਰੇ ਸੋਨੇ ਦੇ ਭਾਂਡੇ ਜੋ ਰਾਜਾ ਸੁਲੇਮਾਨ ਨੇ ਬਣਾਏ ਸਨ ਤੋੜ ਦਿੱਤੇ। ਉਹ ਮੰਦਰ ਅਤੇ ਮਹਿਲ ਦੇ ਸਭ ਖਜ਼ਾਨਿਆਂ ਦਾ ਮਾਲ ਮਤਾ ਬਾਬਲ ਨੂੰ ਲੈ ਗਿਆ। ਰਾਜਾ ਨਬੂਕਦਨੇਸਰ ਯਰੂਸ਼ਲਮ ਦੇ ਸਭ ਸਰਦਾਰਾਂ ਅਤੇ ਯੋਧਿਆਂ ਨੂੰ ਅਰਥਾਤ 10,000 ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਵਿੱਚ ਲੈ ਗਿਆ। ਉਹ ਆਪਣੇ ਨਾਲ ਯਹੂਦਾ ਦੇ ਸਭ ਚੰਗੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਵੀ ਬੰਦੀ ਬਣਾ ਕੇ ਲੈ ਗਿਆ। ਪਿੱਛੇ ਕੇਵਲ ਗਰੀਬ ਲੋਕ ਹੀ ਰਹਿ ਗਏ ਸਨ। ਸੋ ਨਬੂਕਦਨੇਸਰ ਰਾਜਾ ਯਹੋਯਕੀਨ, ਉਸ ਦੀ ਮਾਤਾ, ਰਾਣੀਆਂ, ਦਰਬਾਰੀਆਂ ਅਤੇ ਯਹੂਦਾ ਦੇ ਹੋਰਨਾਂ ਸਰਦਾਰਾਂ ਨੂੰ ਆਪਣੇ ਨਾਲ ਬੰਦੀ ਬਣਾ ਕੇ ਬਾਬਲ ਵਿੱਚ ਲੈ ਗਿਆ। ਰਾਜਾ ਨਬੂਕਦਨੇਸਰ 7,000 ਬਹਾਦਰ ਆਦਮੀਆਂ ਅਤੇ 1,000 ਕਾਰੀਗਰਾਂ ਤੇ ਲੋਹਾਰਾਂ ਨੂੰ ਬਾਬਲ ਵਿੱਚ ਲੈ ਗਿਆ। ਇਹ ਸਭ ਲੋਕ ਸੈਨਾ ਵਿੱਚ ਕੰਮ ਕਰਨ ਦੇ ਯੋਗ ਸਨ। ਬਾਬਲ ਦੇ ਰਾਜਾ ਨੇ ਯਹੋਯਕੀਨ ਦੇ ਚਾਚੇ ਮਤਨਿਆ ਨੂੰ ਉਸ ਦੀ ਥਾਂ ਯਹੂਦਾ ਦਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਆ ਰੱਖ ਦਿੱਤਾ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ ਕਿ ਫਟਾਫਟ ਰਾਜੇ ਬਦਲਦੇ ਪਏ ਆ। ਔਰ ਜਿਸ ਵੇਲੇ 18 ਸਾਲ ਦੇ ਯਹੋਯਕੀਨ ਨੂੰ ਉਹਨਾਂ ਨੇ ਰਾਜਾ ਬਣਾ ਦਿੱਤਾ ਤੇ ਇੱਥੇ ਆ ਕੇ ਪਹਿਲਾ ਘੇਰਾ ਬਾਬਲ ਦਾ ਪਿਆ। ਔਰ ਇਸ ਪਹਿਲੇ ਘੇਰੇ ਦੇ ਵਿੱਚ ਉਸਨੇ ਦਾਨੀਅਲ ਨੂੰ ਤੇ ਉਸਦੇ ਮਿੱਤਰਾਂ ਨੂੰ, ਕਿਉਂਕਿ ਉਹ ਵੀ ਰਾਜ ਘਰਾਣੇ ਦੇ ਵਿੱਚੋਂ ਸੀਗੇ, ਇੱਥੇ ਦਾਨੀਅਲ ਬੰਦੀ ਬਣਾ ਕੇ ਲੈ ਜਾਇਆ ਗਿਆ। ਸੋ ਦਾਨੀਅਲ ਦਾ ਜਿਹੜਾ ਪਹਿਲਾ ਚੈਪਟਰ ਉਹ ਇੱਥੋਂ ਸ਼ੁਰੂ ਹੁੰਦਾ। ਉਸਦੇ ਮਿੱਤਰ ਉਹ ਤੇ 7,000 ਕਾਰੀਗਰ, ਔਰ ਇਸੇ ਤਰ੍ਹਾਂ ਇਜ਼ਕੀਅਲ ਜਿਸ ਨੂੰ ਬਾਅਦ ਦੇ ਵਿੱਚ ਪ੍ਰਭੂ ਨੇ ਨਬੂਵਤ ਦਿੱਤੀ, ਉਹ ਵੀ ਸਾਰੇ ਇੱਥੋਂ ਬੰਦੀ ਬਣਾ ਕੇ ਬਾਬਲ ਦੇ ਵਿੱਚ ਲੈ ਜਾਏ ਗਏ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ, ਕਿਉਂਕਿ ਹੁਣ ਜਿਹੜਾ ਉਹ ਲਹੂ ਦੀ ਜਿਹੜੀ ਲਾਈਨ ਆ ਇੱਥੇ ਉਹ ਬਾਬਲ ਪਹੁੰਚ ਗਈ, ਕਿਉਂਕਿ ਸਿਦਕੀਆ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੀ ਲਾਈਨ ਨਹੀਂ ਨਿਕਲਣੀ। ਪ੍ਰਭੂ ਯਿਸੂ ਮਸੀਹ ਦੀ ਜਿਹੜੀ ਲਾਈਨ ਆ ਉਹ ਯਹੋਯਕੀਨ ਦੇ ਵਿੱਚੋਂ ਨਿਕਲਣੀ ਆ, ਜੋ ਇਸ ਵੇਲੇ ਪਹੁੰਚ ਚੁੱਕਾ, ਬਾਬਲ ਦੇ ਵਿੱਚ ਪਹੁੰਚ ਚੁੱਕਾ। ਔਰ ਯਹੋਯਕੀਨ ਨੂੰ ਬਹੁਤ ਇੱਜ਼ਤ ਦਿੱਤੀ ਸੀ ਉਸਨੇ, ਕਿਉਂਕਿ ਉਸਨੇ ਜਿੱਦਾਂ ਹੀ ਬਾਬਲ ਦਾ ਰਾਜਾ ਆਇਆ ਉਸਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ। ਕਿਉਂਕਿ ਅਸੀਂ ਅਗਰ ਪ੍ਰਭੂ ਦੇ ਵਚਨ ਦੇ ਵਿੱਚ ਦੇਖੀਏ, ਗਾਂ ਜਾ ਕੇ ਅਸੀਂ ਜਿੱਦਾਂ ਪੜ੍ਹਨਾ ਆ, ਤੇ ਇੱਥੇ ਆਲਰੇਡੀ ਪ੍ਰਭੂ ਦਾ ਬੰਦਾ ਜਰਮਾਇਆ ਰੌਲਾ ਪਾਉਂਦਾ ਪਿਆ ਸੀ, ਤੁਹਾਨੂੰ ਸਭ ਨੂੰ ਬਾਬਲ ਜਾਣਾ ਪੈਣਾ, ਪ੍ਰਭੂ ਨੇ ਤੁਹਾਨੂੰ ਕਸਦੀਆਂ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ, ਤੁਹਾਨੂੰ ਬਾਬਲ ਜਾਣਾ ਪੈਣਾ, ਤੁਹਾਨੂੰ ਬਾਬਲ ਜਾਣਾ ਪੈਣਾ। ਲੇਕਿਨ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਣਾ ਕਿ ਜਿਸ ਮੰਦਰ ਦੇ ਵਿੱਚ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਰੱਖੇ, ਉਹਨਾਂ ਦੀ ਪੂਜਾ ਕੀਤੀ, ਪ੍ਰਭੂ ਨੇ ਹੁਣ ਉਸ ਮੰਦਰ ਨੂੰ ਵੀ ਢਾ ਦਿੱਤਾ। ਪ੍ਰਭੂ ਨੇ ਉਸ ਮੰਦਰ ਨੂੰ ਵੀ ਢਾ ਦਿੱਤਾ। ਸੋ
ਅਸੀਂ 18 19 ਵਾਓ 18 19 ਆਇਤ। ਜਦੋਂ ਸਿਦਕਿਆ ਰਾਜਾ ਬਣਿਆ ਤਾਂ ਉਸਦੀ ਉਮਰ 21 ਸਾਲ ਸੀ ਅਤੇ ਉਸਨੇ ਯਰੂਸ਼ਲਮ ਵਿੱਚ 11 ਸਾਲ ਤੱਕ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾ ਨਿਵਾਸੀ ਯਰਮਾ ਦੀ ਪੁੱਤਰੀ ਸੀ। ਰਾਜਾ ਸਿਦਕਿਆ ਨੇ ਵੀ ਯਹੋਯਾਕੀਮ ਦੇ ਵਾਂਗ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਇਸ ਲਈ ਪ੍ਰਭੂ ਨੇ ਕ੍ਰੋਧਿਤ ਹੋ ਕੇ ਯਰੂਸ਼ਲਮ ਅਤੇ ਯਹੂਦਾ ਦੇ ਲੋਕਾਂ ਨੂੰ ਆਪਣੇ ਸਾਹਮਣਿਓਂ ਹਟਾ ਦਿੱਤਾ। ਆਮੀਨ। ਸੋ ਅਸੀਂ ਹੁਣ ਕੀ ਦੇਖਦੇ ਪਏ ਹਾਂ ਕਿ ਰਾਜਾ ਜਿਹੋ ਆਹਾਜ਼ ਜਿਹੜਾ ਸੀਗਾ ਉਹ ਤਾਂ ਮਰ ਗਿਆ ਇਜਿਪਟ ਦੇ ਵਿੱਚ। ਉਸ ਤੋਂ ਬਾਅਦ ਰਾਜਾ ਯਹੋਯਾਕੀਮ ਬਣਿਆ, ਰਾਈਟ। ਉਸ ਨੂੰ ਬੇਸਿਕਲੀ ਬਾਬਲ ਦੇ ਰਾਜੇ ਨੇ ਮਾਰ ਦਿੱਤਾ। ਔਰ ਇੱਥੇ ਆ ਕੇ ਅਸੀਂ ਇਹ ਦੇਖਦੇ ਪਏ ਹਾਂ ਕਿ ਹੁਣ ਜਿਹੜਾ ਰਾਜਾ ਬਣਿਆ ਆ ਉਹ ਜਿਸ ਤਰ੍ਹਾਂ ਪਹਿਲਾਂ ਇਜਿਪਟ ਦੇ ਰਾਜੇ ਨੇ ਕੀਤਾ ਉਸੇ ਤਰ੍ਹਾਂ ਹੁਣ ਕੀਤਾ ਗਿਆ। ਇਹ ਦਿਖਾਉਣ ਦੇ ਲਈ ਕਿ ਤੂੰ ਗੁਲਾਮ ਆ। ਸੋ ਕੀ ਹੁੰਦਾ ਪਿਆ ਕਿ ਸਿਦਕਿਆ ਦਾ ਵੀ ਨਾਮ ਬਦਲਿਆ ਗਿਆ ਸੀਗਾ। ਅਸੀਂ ਗਾਂ ਜਾ ਕੇ ਦੇਖਦੇ ਨਹੀਂ, ਮਤਨਿਆ ਦੱਸਿਆ ਗਿਆ ਇੱਥੇ। ਮਤਨਿਆ ਜਿਸ ਤਰ੍ਹਾਂ ਨਾਮ ਬਦਲ ਕੇ ਸਿਦਕਿਆ ਰੱਖ ਦਿੱਤਾ ਗਿਆ ਔਰ ਉਸ ਨੂੰ ਯਹੂਦਾ ਦਾ ਰਾਜਾ। ਹੁਣ ਬੇਸਿਕਲੀ ਕੀ ਹੈਗਾ ਸਾਰਿਆਂ ਨੂੰ ਪਤਾ ਹੈ, ਇਹ ਮਤਨਿਆ ਹੈ। ਮਤਨਾਇਆ ਜਿੱਦਾਂ ਅਗਰ ਅਸੀਂ ਕਹਿ ਲਈਏ ਤਾਂ ਸਾਰਿਆਂ ਨੂੰ ਪਤਾ, ਲੇਕਿਨ ਉਸ ਦਾ ਨਾਂ ਸਿਦਕਿਆ ਰੱਖ ਦਿੱਤਾ। ਸਿਦਕਿਆ ਜਿਸ ਦਾ ਨਾਂ ਰੱਖ ਦਿੱਤਾ, ਹੁਣ ਸਾਰੀ ਕੌਮ ਨੂੰ ਪਤਾ ਸਾਡੇ ਰਾਜੇ ਦਾ ਨਾਮ ਮਤਨਾਇਆ ਸੀ, ਪਰ ਸਿਦਕਿਆ ਉਸ ਦਾ ਨਾਂ ਆ। ਉਹਦਾ ਨਾਂ ਬਦਲ ਕੇ ਕਿਹਨੇ ਰੱਖਿਆ? ਬਾਬਲ ਦੇ ਰਾਜੇ। ਸੋ ਗੁਲਾਮ। ਸੋ ਜਿੱਦਾਂ ਅਸੀਂ ਪਹਿਲਾਂ ਟੈਕਸ ਦਿੰਦੇ ਸੀਗੇ ਇਜਿਪਟ ਨੂੰ, ਮਿਸਰ ਨੂੰ, ਹੁਣ ਏਦਾਂ ਅਸੀਂ ਟੈਕਸ ਬਾਬਲ ਨੂੰ ਦੇਣਾ। ਸਾਡੇ ਤੇ ਬੇਸਿਕਲੀ ਜਿਹੜਾ ਕਬਜ਼ਾ ਆ ਉਹ ਬਾਬਲ ਦਾ। ਪਰ ਪ੍ਰਭੂ ਦੇ ਕਹੇ ਸਾਰੇ ਸ਼ਬਦ ਹੁਣ ਇੱਥੇ ਪੂਰੇ ਹੋਣੇ। ਔਰ ਇੱਥੇ ਉਹ ਮੇਨ ਸੀਨ ਆਉਂਦਾ ਜਿੱਥੇ ਪ੍ਰਭੂ ਦਾ ਬੰਦਾ ਜਰਮਾਇਆ ਆਪਣੇ ਮੋਢਿਆਂ ਦੇ ਉੱਤੇ ਪਜਾਲੀ ਰੱਖ ਕੇ ਆਇਆ ਸੀ, ਜਿਹੜੀ ਡੰਗਰਾਂ ਦੀ ਹੁੰਦੀ। ਔਰ ਉਸਨੇ ਇਹ ਦੱਸਿਆ ਸੀਗਾ ਕਿ ਚੁੱਪਚਾਪ ਤੁਸੀਂ ਚਲੇ ਜਾਓ ਬਾਬਲ ਨੂੰ, ਨਹੀਂ ਤਾਂ ਤੁਹਾਨੂੰ ਏਦਾਂ ਲੈ ਕੇ ਜਾਇਆ ਜਾਏਗਾ, ਤੁਹਾਨੂੰ ਇਸ ਤਰ੍ਹਾਂ ਲੈ ਕੇ ਜਾਇਆ। ਸੋ ਆਓ ਅਸੀਂ 25ਵੇਂ ਭਾਗ ਨੂੰ ਹੁਣ ਦੇਖੀਏ। ਪੱਚੀਵਾਂ ਭਾਗ ਪਹਿਲੀਆਂ 7 ਆਇਤਾਂ। ਯਰੂਸ਼ਲਮ ਦਾ ਘੇਰੇ ਜਾਣਾ। ਤਦ ਰਾਜਾ ਸਿਦਕਿਆ ਬਾਬਲ ਦੇ ਰਾਜਾ ਤੋਂ ਆਕੀ ਹੋ ਗਿਆ। ਇਸ ਲਈ ਬਾਬਲ ਦੇ ਰਾਜਾ ਨਬੂਕਦਨੇਸਰ ਨੇ ਆਪਣੀ ਸਾਰੀ ਸੈਨਾ ਲੈ ਕੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ। ਉਸਨੇ ਸਿਦਕਿਆ ਦੇ ਰਾਜਕਾਲ ਦੇ 9ਵੇਂ ਸਾਲ ਦੇ 10ਵੇਂ ਮਹੀਨੇ ਦੀ 10 ਤਰੀਕ ਵਾਲੇ ਦਿਨ ਯਰੂਸ਼ਲਮ ਨੂੰ ਘੇਰ ਲਿਆ ਤੇ ਉਸਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਅੰਤ ਸਿਦਕਿਆ ਦੇ ਰਾਜਕਾਲ ਦੇ 11ਵੇਂ ਸਾਲ ਵਿੱਚ ਯਰੂਸ਼ਲਮ ਉੱਤੇ ਬਾਬਲ ਦੇ ਰਾਜਾ ਦਾ ਅਧਿਕਾਰ ਹੋ ਗਿਆ। ਉਸ ਸਾਲ ਦੇ ਚੌਥੇ ਮਹੀਨੇ ਦੀ 9 ਤਰੀਕ ਤੱਕ ਸ਼ਹਿਰ ਵਿੱਚ ਭਿਅੰਕਰ ਅਕਾਲ ਪੈ ਗਿਆ ਸੀ ਤੇ ਲੋਕਾਂ ਕੋਲ ਕੁਝ ਖਾਣ ਲਈ ਨਹੀਂ ਰਿਹਾ ਸੀ। ਤਦ ਸ਼ਹਿਰ ਦੀ ਚਾਰ ਦੀਵਾਰੀ ਤੋੜ ਦਿੱਤੀ ਗਈ ਅਤੇ ਰਾਜਾ ਸੈਨਾ ਦੇ ਆਦਮੀਆਂ ਨਾਲ ਬਾਬਲ ਦੀ ਸੈਨਾ ਦਾ ਘੇਰਾ ਹੁੰਦਿਆਂ ਹੀ ਰਾਤ ਦੇ ਵੇਲੇ ਫਰਾਰ ਹੋ ਗਏ। ਉਹ ਸ਼ਾਹੀ ਬਾਗ ਦੇ ਵਿੱਚੋਂ ਦੀ ਹੁੰਦੇ ਹੋਏ ਉਸ ਫਾਟਕ ਦੇ ਵਿੱਚੋਂ ਦੀ ਜਿੱਥੇ 2 ਦੀਵਾਰਾਂ ਮਿਲਦੀਆਂ ਸਨ ਜਰਦਨ ਵਾਦੀ ਵੱਲ ਨੱਠ ਗਏ। ਪਰ ਬਾਬਲ ਦੀ ਸੈਨਾ ਨੇ ਰਾਜਾ ਸਿਦਕਿਆ ਦਾ ਪਿੱਛਾ ਕੀਤਾ ਅਤੇ ਉਸ ਨੂੰ ਯਰੀਹੋ ਦੇ ਮੈਦਾਨ ਵਿੱਚ ਫੜ ਲਿਆ। ਉਸਦੀ ਸਾਰੀ ਸੈਨਾ ਉਸ ਨੂੰ ਛੱਡ ਕੇ ਨੱਸ ਗਈ। ਫਿਰ ਬਾਬਲ ਦੀ ਸੈਨਾ ਦੇ ਆਦਮੀ ਰਾਜਾ ਸਿਦਕਿਆ ਨੂੰ ਰਿਬਲਾ ਨਗਰ ਵਿੱਚ ਆਪਣੇ ਰਾਜਾ ਨਬੂਕਦਨੇਸਰ ਕੋਲ ਲੈ ਆਏ ਤੇ ਉਸਨੇ ਸਿਦਕਿਆ ਨੂੰ ਸਜ਼ਾ ਸੁਣਾਈ।
ਸਦਕਿਆ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ। ਨਬੂਕਦਨੇਸਰ ਨੇ ਸਦਕਿਆ ਦੀਆਂ ਅੱਖਾਂ ਕੱਢ ਦਿੱਤੀਆਂ ਤੇ ਉਸ ਨੂੰ ਬੇੜੀਆਂ ਪਾ ਕੇ ਬਾਬਲ ਵਿੱਚ ਲੈ ਗਿਆ। ਸੋ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਕੀ ਦੇਖਦੇ ਪਏ ਹਾਂ, ਔਰ ਇਹ ਆਖਰੀ ਰਾਜਾ ਸੀ, ਇਹ ਆਖਰੀ ਰਾਜਾ ਸੀ। ਸੋ ਬੇਸਿਕਲੀ 588 ਦੇ ਕਰੀਬ ਜਿਹੜਾ ਇਹ ਰਾਜ 588 587 ਦੇ ਕਰੀਬ ਇਹ ਜਿਹੜਾ ਰਾਜ ਖਤਮ 587 ਦੇ ਕਰੀਬ ਉਸਨੇ ਆਲੇ ਦੁਆਲੇ ਆ ਕੇ ਉਸਨੇ ਘੇਰਾ ਪਾ ਲਿਆ, ਔਰ ਘੇਰਾ ਪਾ ਕੇ ਉਸਨੇ ਇੱਥੇ ਤੱਕ ਇਹ ਰੋਲੇ ਕਿ ਇਹਨਾਂ ਕੋਲ ਖਾਣ ਨੂੰ ਵੀ ਕੁਛ ਨਹੀਂ ਸੀ। ਸਿਦਕਿਆ ਆਪਣੀਆਂ ਸੈਨਾਪਤੀ ਦੇ ਨਾਲ ਦੌੜਨ ਦੀ ਕੋਸ਼ਿਸ਼ ਕੀਤੀ ਚੋਰ ਰਸਤੇ ਥਾਣੇ, ਲੇਕਿਨ ਬਹੁਤੀ ਦੂਰ ਦੌੜ ਨਹੀਂ ਸਕਿਆ। ਉਸਨੇ ਫੜ ਲਿਆ। ਆਖਰੀ ਚੀਜ਼ ਜਿਹੜੀ ਉਹ ਦੇਖਦਾ ਪਿਆ, ਦੇਖੋ ਪਾਪ ਹਾਲ ਕੀ ਕਰਦਾ, ਹਾਲ ਕੀ ਕਰਦਾ। ਕਿਉਂਕਿ ਅੱਗੇ ਜਾ ਕੇ ਅਸੀਂ ਜਿਸਲੇ ਇਸੇ ਇਹਨਾਂ ਹਿੱਸਿਆਂ ਨੂੰ ਦੁਆਰਾ ਪੜ੍ਹਨਾ, ਪਹਿਲੇ ਇਤਿਹਾਸ ਦੂਜੇ ਇਤਿਹਾਸ ਦੇ ਵਿੱਚ, ਦੂਸਰੇ ਇਤਿਹਾਸ ਦੇ ਅਖੀਰਲੇ ਚੈਪਟਰਾਂ ਦੇ ਵਿੱਚ ਜਿਸਲੇ ਪੜ੍ਹਨਾ, ਤੇ ਅਸੀਂ ਦੇਖਣਾ ਬਾਕੀ ਦੇ ਚੈਪਟਰਾਂ ਦੇ ਨਾਲ। ਅਸੀਂ ਜਰਮਾਇਆ ਦੀ ਪੋਥੀ ਚੋਂ ਪੜਾਂਗੇ, ਅਜ਼ੀਕਲ ਦੀ ਪੋਥੀ ਚੋਂ ਨਾਲ ਨਾਲ ਪੜਾਂਗੇ, ਦੂਸਰੇ ਨਬੀਆਂ ਨੂੰ ਵੀ ਨਾਲ ਦੇਖਾਂਗੇ, ਮੀਕਾ ਨਬੀ ਨੂੰ, ਜਿੰਨੇ ਵੀ ਨਬੀ ਹਨ, ਨੇਹਮ ਨਬੀ, ਉਹਨਾਂ ਨੂੰ ਨਾਲ ਨਾਲ ਦੇਖਾਂਗੇ, ਔਰ ਉਹਨਾਂ ਦੀ ਸਮਝ ਆਏਗੀ ਗੱਲ ਕਿ ਉਹ ਕੀ ਕਹਿੰਦੇ ਪਏ। ਹਾਂ, ਪਰ ਅਸੀਂ ਇੱਕ ਚੀਜ਼ ਮੇਨ ਇੱਥੇ ਜਿੰਨਾ ਜ਼ੋਰ ਸਿਦਕਿਆ ਦੇ ਉੱਤੇ ਜਰਮਾਇਆ ਨੇ ਪਾਇਆ ਸੀ ਨਾ, ਤੇ ਜਿਸ ਲਈ ਉਹਨਾਂ ਦੇ ਆਲੇ ਦੁਆਲੇ ਘੇਰਾ ਪੈ ਗਿਆ ਕਿ ਤੂੰ ਆਪਣੇ ਆਪ ਨੂੰ ਨਰਮ ਕਰ, ਤੂੰ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦੇ। ਲੇਕਿਨ ਉਨਾ ਹੀ ਉਹ ਜਿੱਦੀ ਹੁੰਦਾ ਚਲਾ ਗਿਆ, ਉਨਾ ਹੀ ਉਹ ਜਿੱਦੀ ਹੁੰਦਾ ਚਲਾ ਗਿਆ। ਉਸਦੀ ਮੱਤ ਇੱਥੇ ਤੱਕ ਮਾਰੀ ਗਈ ਕਿ ਮੇਰੇ ਆਲੇ ਦੁਆਲੇ ਚਾਰ ਚਫੇਰੇ ਜਿਹੜੇ ਰਾਜ ਹੁੰਦੇ ਸੀਗੇ, ਮੁਆਬ ਸੀਗਾ, ਅਦੋਮ ਸੀਗਾ, ਫਿਰ ਉਸ ਤੋਂ ਬਾਅਦ ਅਸੀਂ ਇਧਰਲੇ ਪਾਸੇ ਨਬਾਟੂ ਜਿਹੜੀ ਕਿੰਗਡਮ ਸੀਗੀ, ਉਹ ਲੋਕ ਸੀਗੇ, ਛੋਟੇ ਰਾਜ ਸੀਗੇ। ਉਹਨਾਂ ਸਾਰਿਆਂ ਦੇ ਉੱਤੇ ਬਾਬਲ ਦੇ ਰਾਜੇ ਦਾ ਕਬਜ਼ਾ। ਔਰ ਇਹ ਬੰਦਾ ਮੈਨੂੰ ਪ੍ਰਭੂ ਦੇ ਵੱਲ ਮੁੜਨ ਨੂੰ ਕਹਿ ਰਿਹਾ ਕਿ ਪ੍ਰਭੂ ਵੱਲ ਮੁੜ ਜਾ, ਉਹਦੀ ਗੱਲ ਮੰਨ ਲਾ। ਮੇਰਾ ਰਾਜ ਹੈ ਕਿ ਇੱਕ ਨਕਸ਼ੇ ਦੇ ਵਿੱਚ ਇੱਕ ਅੰਗੂਠੇ ਜਿੰਨਾ ਵੀ ਨਹੀਂ ਹੈ, ਲੇਕਿਨ ਪ੍ਰਭੂ ਨੇ ਇਸ ਨੂੰ ਅਸੂਰੀਆਂ ਤੋਂ ਵੀ ਬਚਾਈ ਰੱਖਿਆ। ਪ੍ਰਭੂ ਨੇ ਇੰਨੀ ਕਿਰਪਾ ਸਾਡੇ ਉੱਤੇ ਕੀਤੀ, ਲੇਕਿਨ ਅਸੀਂ ਫਿਰ ਵੀ ਪ੍ਰਭੂ ਵੱਲ ਨਹੀਂ ਮੁੜਨਾ। ਦੇਵੀ ਦੇਵਤੇ ਪੂਜ ਰਹੇ, ਦੇਵੀ ਦੇਵਤੇ ਪੂਜ ਰਹੇ। ਔਰ ਕਿਉਂ ਪੂਜਣੇ ਆ? ਉਹਦਾ ਇੱਕ ਕਾਰਨ ਕਿ ਅਸੂਰ ਦਾ ਰਾਜ ਦੇਖੋ ਕਿੱਡਾ ਵੱਡਾ, ਇਸ ਕਰਕੇ ਜਿਹੜਾ ਉਹਨਾਂ ਦਾ ਦੇਵਤਾ ਹੈ ਨਾ, ਉਹ ਵੀ ਤਕੜਾ ਹੈ। ਆਹ ਸੀ ਮੇਨ ਚੀਜ਼। ਸੋ ਜਿਹੜਾ ਉਹਨਾਂ ਦਾ ਦੇਵਤਾ ਅਸੂਰ ਦੇਵਤਾ, ਅਸੂਰਾਂ ਦਾ ਦੇਵਤੇ ਦਾ ਨਾਂ ਵੀ ਅਸੂਰ ਸੀ, ਉਹਦੇ ਉੱਤੇ ਹੀ ਸਾਰਾ ਕੁਝ ਬਣਿਆ ਸੀ। ਕਿੰਗਡਮ ਦਾ ਨਾਂ ਹੀ ਉਹਦੇ ਉੱਤੇ ਬਣਿਆ ਸੀ। ਉਹਦਾ ਜਿਹੜਾ ਵਰਜਨ ਇਹਨਾਂ ਦੇ ਕੋਲ ਸੀਗਾ, ਉਹ ਸੀ ਬਾਲ। ਸਾਨੂੰ ਬਾਲ ਦੇਵਤੇ ਦੀ ਪੂਜਾ ਕਰਨੀ ਚਾਹੀਦੀ ਹੈ। ਜੇ ਬਾਲ ਉਹਨਾਂ ਨੂੰ ਇੰਨਾ ਕੁਝ ਦੇ ਸਕਦਾ ਤਾਂ ਸਾਨੂੰ ਵੀ ਦੇਗਾ। ਆ ਚੀਜ਼ ਸੀ ਵਿੱਚ।
ਔਰ ਅਸੀਂ ਕੀ ਦੇਖਦੇ ਪਏ ਹਾਂ ਕਿ ਉਹ ਦਿਨ ਬਾਅਦ ਦਿਨ ਉਹ ਗੰਦਗੀ ਦੇ ਵਿੱਚ ਡਿੱਗਦੇ ਚਲੇ ਗਏ। ਔਰ ਜੋ ਸਜ਼ਾ ਸਿਦਕਿਆ ਨੂੰ ਮਿਲੀ ਉਹ ਮਾਲਕ ਕਿਸੇ ਨੂੰ ਨਹੀਂ। ਤੁਸੀਂ ਵਿਸ਼ਵਾਸ ਕਰ ਸਕਦੇ ਤੇ ਇੱਕ ਬੰਦਾ ਜਿਸ ਦੀ ਔਲਾਦ ਉਸਦੇ ਸਾਹਮਣੇ ਕਤਲ ਕੀਤੀ ਗਈ, ਔਰ ਫਿਰ ਉਸ ਦੀਆਂ ਅੱਖਾਂ ਕੱਢ ਦਿੱਤੀਆਂ। ਇਸ ਧਰਤੀ ਤੇ ਆਖਰੀ ਚੀਜ਼ ਜਿਹੜੀ ਉਹਨੇ ਦੇਖੀ ਆ ਨਾ ਆਪਣੀਆਂ ਅੱਖਾਂ ਦੇ ਨਾਲ, ਆਖਰੀ ਚੀਜ਼ ਜਿਹੜੀ ਦੇਖੀ ਹੈ ਉਹ ਆਪਣੀ ਸੰਤਾਨ ਮਾਰ ਦਿੱਤੀ। ਕਿਉਂਕਿ ਬਾਕੀ ਦੇ ਰਾਜਕੁਮਾਰ ਤਾਂ ਇਸ ਵੇਲੇ ਸਾਰੇ ਬਾਬਲ ਪਹੁੰਚ ਚੁੱਕੇ, ਉਹ ਆਲਰੇਡੀ ਰਾਜੇ ਦੇ ਮਹਿਲ ਚ, ਕੋਈ ਰਾਜੇ ਦੇ ਮਹਿਲ ਚ ਕੰਮ ਕਰਦਾ। ਦਾਨੀਏਲ ਇਸ ਵੇਲੇ ਮੁੱਖ ਸਲਾਹਕਾਰ। ਇਜ਼ਕੀਏਲ ਉੱਥੇ ਆ, ਉਹ ਉਹਨਾਂ ਦੇ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਮੰਨ ਕੇ ਬਾਬਲ ਚਲੇ ਗਏ, ਉਹਨਾਂ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਉਹ ਪ੍ਰਭੂ ਬਣਾ ਕੇ ਰੱਖਦਾ ਪਿਆ। ਪ੍ਰਭੂ ਨੇ ਉੱਥੇ ਉਹਨਾਂ ਨੂੰ ਨਵੀਂ ਦਿੱਤੀ। ਔਰ ਐਕਚੁਅਲੀ ਜਿਹੜੀ ਬਾਈਬਲ ਦਾ ਜਿਹੜਾ ਸੰਗਠਨ ਆ ਉਹ ਐਕਚੁਅਲੀ ਉੱਥੇ ਕੀਤਾ ਗਿਆ। ਉੱਥੇ ਸਭ ਕੁਝ ਇਕੱਠਾ ਕੀਤਾ ਗਿਆ। ਪੁਰਾਣਾ ਨਿਯਮ ਸਾਰੇ ਦਾ ਸਾਰਾ ਐਕਚੁਅਲੀ ਬਾਈਬਲ ਦੇ ਵਿੱਚ ਲਿਖਿਆ। ਉੱਥੋਂ ਉਹ ਵਚਨ ਨੂੰ ਪੂਰਾ ਕਰਕੇ ਲੈ ਕੇ ਆਏ ਨਾ। ਹੁਣ ਇਸ ਵੇਲੇ ਇਹਨਾਂ ਨੂੰ ਐਸੇ ਨਬੀ ਮਿਲੇ ਹੋ ਆ ਜਿਹੜੇ ਇਹ ਕਹਿ ਰਹੇ ਆ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ, ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ। ਪ੍ਰਭੂ ਕਹਿੰਦਾ ਕਿ ਜਿਸ ਲਈ ਉਹਨੇ ਆਪਣੇ ਮੋਢਿਆਂ ਦੇ ਉੱਤੇ ਪਜਾਲੀ ਚੁੱਕ ਕੇ ਕਿਹਾ ਸੀਗਾ ਕਿ ਤੁਹਾਨੂੰ ਪ੍ਰਭੂ ਕਹਿੰਦਾ ਤੈਨੂੰ ਏਦਾਂ ਬੰਦੀ ਬਣਾ ਕੇ ਉਹਨੇ ਲੈ ਕੇ ਜਾਣਾ ਜਾਨਵਰ ਨੂੰ। ਜਿੱਦਾਂ ਮਨੱਸੇ ਦੇ ਨੱਕ ਦੇ ਵਿੱਚ ਨਕੀਗਲ ਪਾ ਕੇ ਉਹ ਲੈ ਕੇ ਗਿਆ ਸੀ ਨਾ, ਤੈਨੂੰ ਵੀ ਉਹਨੇ ਏਦਾਂ ਹੀ ਲੈ ਕੇ ਜਾਣਾ। ਲੇਕਿਨ ਇੱਕ ਝੂਠਾ ਨਬੀ ਸੀਗਾ ਉੱਥੇ, ਉਸਨੇ ਉਹਦੀ ਪਜਾਲੀ ਲਈ ਤੇ ਤੋੜ ਦਿੱਤੀ। ਉਸਨੇ ਕਿਹਾ ਮੈਨੂੰ ਪ੍ਰਭੂ ਕਹਿੰਦਾ ਕਿ ਬਾਬਲ ਦੀ ਪਜਾਲੀ ਨੂੰ ਪ੍ਰਭੂ ਏਦਾਂ ਤੋੜੇਗਾ। ਯਰਮਿਯਾਹ ਨੇ ਕਿਹਾ ਕਿ ਹੁਣ ਉਹ ਲੋਹੇ ਦੀ ਨਾਲ ਲੈ ਕੇ ਜਾਏਗਾ, ਹੁਣ ਲੋਹੇ ਦੀ ਪਜਾਲੀ ਪਾ ਕੇ ਲੈ ਕੇ ਜਾਏਗਾ। ਔਰ ਸਿਦਕਿਆ ਨੇ ਯਰਮਿਯਾਹ ਨਬੀ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਸੀਗਾ, ਜਿਹਦੇ ਵਿੱਚ ਗਾਰਾ ਸੀ, ਜਿਹਦੇ ਵਿੱਚ ਗੰਦਗੀ ਜਾਂਦੀ ਸੀ। ਪ੍ਰਭੂ ਦੇ ਬੰਦੇ ਦਾ ਉਸਨੇ ਇਹ ਹਾਲ ਕੀਤਾ ਸੀ। ਪ੍ਰਭੂ ਬੜਾ ਮਹਾਨ ਹੈ, ਪ੍ਰਭੂ ਬਹੁਤ। ਸੋ ਆਓ ਅਸੀਂ ਇਸ ਚੈਪਟਰ ਨੂੰ ਖਤਮ ਕਰੀਏ। ਸੋ ਮੰਦਿਰ ਦੀ ਤਬਾਹੀ ਹੁਣ ਅਸੀਂ ਦੇਖਾਂਗੇ 8ਵੀਂ ਆਇਤ ਤੋਂ ਲੈ ਕੇ। ਮੈਂ ਪੜ੍ਹਦਾ। ਬਾਬਲ ਦੇ ਰਾਜਾ ਨਬੂਕਦਨਸਰ ਦੇ ਰਾਜਕਾਲ ਦੇ 19ਵੇਂ ਸਾਲ ਦੇ 5ਵੇਂ ਮਹੀਨੇ ਦੇ 7ਵੇਂ ਦਿਨ ਉਸ ਦਾ ਸੇਵਕ ਅਤੇ ਸੈਨਾਪਤੀ ਨਬੂਜ਼ਰਦਾਨ ਯਰੂਸ਼ਲਮ ਵਿੱਚ ਆਇਆ। ਉਸਨੇ ਮੰਦਰ, ਮਹਿਲ ਅਤੇ ਯਰੂਸ਼ਲਮ ਵਿੱਚ ਹਰ ਚੰਗਾ ਘਰ ਅੱਗ ਨਾਲ ਸਾੜ ਦਿੱਤਾ। ਉਸ ਦੀ ਸੈਨਾ ਨੇ ਸ਼ਹਿਰ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ। ਤਦ ਨਬੂਜ਼ਰਦਾਨ ਬਚੇ ਹੋਏ ਕੰਮ ਕਰਨ ਦੇ ਯੋਗ ਇਸਰਾਈਲੀਆਂ ਨੂੰ, ਜਿਨ੍ਹਾਂ ਨੇ ਆਪਣੇ ਰਾਜਾ ਨੂੰ ਛੱਡ ਦਿੱਤਾ ਸੀ, ਬਾਬਲ ਵਿੱਚ ਬੰਦੀ ਬਣਾ ਕੇ ਲੈ ਗਿਆ। ਪਰ ਉਸਨੇ ਕੁਝ ਗਰੀਬ ਲੋਕਾਂ ਨੂੰ ਯਰੂਸ਼ਲਮ ਵਿੱਚ ਰਹਿਣ ਦਿੱਤਾ,
ਜਿਨ੍ਹਾਂ ਨੂੰ ਉਹ ਅੰਗੂਰੀ ਬਾਗ ਅਤੇ ਵਾਹੀ ਦਾ ਕੰਮ ਕਰਨ ਦਾ ਕੰਮ ਦੇ ਗਿਆ। ਬਾਬਲ ਦੀ ਸੈਨਾ ਨੇ ਮੰਦਰ ਵਿਚਲੇ ਕਹਿੰਦੇ ਥੰਮ, ਗੱਡਿਆਂ ਅਤੇ ਹੋਂਦਾਂ ਨੂੰ ਤੋੜ ਦਿੱਤਾ ਅਤੇ ਉਹਨਾਂ ਦਾ ਕਹਿਆਂ ਬਾਬਲ ਵਿੱਚ ਲੈ ਗਏ। ਉਹ ਤਸਲੇ, ਚਿਮਟੇ, ਗੋਲ ਤਰਾਸ਼, ਕਟੋਰੇ ਅਤੇ ਕਹਿੰਦੇ ਸਭ ਬਾਕੀ ਦੇ ਭਾਂਡੇ ਜੋ ਮੰਦਰ ਦੀ ਸੇਵਾ ਦੇ ਕੰਮ ਆਉਂਦੇ ਸਨ, ਸਭ ਬਾਬਲ ਵਿੱਚ ਲੈ ਗਏ। ਉਹ ਸੋਨੇ ਚਾਂਦੀ ਦੀਆਂ ਸਭ ਅੰਗੀਠੀਆਂ ਅਤੇ ਅੰਗਾਰੇ ਚੁੱਕਣ ਵਾਲੇ ਬਾਟੇ ਵੀ ਆਪਣੇ ਨਾਲ ਲੈ ਗਏ। ਮੰਦਰ ਲਈ ਸੁਲੇਮਾਨ ਦੁਆਰਾ ਵੱਡੇ ਦੋਹਾਂ ਥੰਮਾਂ, ਗੱਡਿਆਂ ਅਤੇ ਵੱਡੇ ਹੋਂਦ ਨੂੰ ਲੱਗੇ ਕਹਿਂ ਦਾ ਭਾਰ ਤੋਲੋਂ ਬਾਹਰ ਸੀ। ਕਹਿਂ ਦੇ ਥੰਮ ਇੱਕੋ ਜਿਹੇ ਸਨ, ਜਿਨ੍ਹਾਂ ਦੇ ਉੱਪਰਲਿਆਂ ਸਿਰਿਆਂ ਉਤਲੇ ਤੋਪਾਂ ਦੀ ਉਚਾਈ ਦਾ 1.25 ਮੀਟਰ ਸੀ। ਉਹਨਾਂ ਤੋਪਾਂ ਦੇ ਚਾਰੇ ਪਾਸੇ ਜਾਲੀ ਅਤੇ ਅਨਾਰਾਂ ਦੀ ਸਜਾਵਟ ਲੱਗੀ ਹੋਈ ਸੀ। ਸਜਾਵਟ ਬਾਬਲ ਬਸ ਇੱਥੇ ਹਾਂਜੀ। ਠੀਕ ਹੈ ਜੀ ਅਸੀਂ ਕੀ ਦੇਖਦੇ ਪਏ, ਕਿੰਨੀ ਵੱਡੀ ਗੱਲ ਹੈ ਕਿ ਪ੍ਰਭੂ ਨੇ ਇਹ ਜਗ੍ਹਾ ਆਪਣੇ ਲਈ ਚੁਣੀ ਸੀ। ਇਹ ਜਗ੍ਹਾ ਚੁਣੀ ਸੀ, ਚੁਣ ਕੇ ਇੱਥੇ ਮੰਦਿਰ ਦਾ ਡਿਜ਼ਾਈਨ ਦਿੱਤਾ ਸੀ। ਸੁਲੇਮਾਨ ਦੇ ਰਾਹੀਂ ਇਹ ਮੰਦਿਰ ਬਣਵਾਇਆ ਗਿਆ ਸੀ। ਤੇ ਉਜੀਆ ਦੇ ਰਾਹੀਂ, ਉਜੀਆ ਤੋਂ ਬਾਅਦ ਯਸਾਇਆ ਦੇ ਰਾਹੀਂ ਇਸ ਮੰਦਿਰ ਦੀ ਮੁਰੰਮਤ ਕੀਤੀ। ਔਰ ਹੁਣ ਉਸ ਮੰਦਿਰ ਦੀ ਇੱਟ ਦੇ ਉੱਤੇ ਇੱਟ ਹੈ, ਪੱਥਰ ਤੇ ਪੱਥਰ ਨਹੀਂ। ਪੁਰਾਣੇ ਮੰਦਿਰ ਦੀ ਸਾਡੇ ਕੋਲ ਜੇ ਕੁਝ ਪਿਆ ਆ ਹਾਲੇ ਵੀ, ਅਗਰ ਤੁਸੀਂ ਜਰੂਸਲਮ ਦੇ ਜਿਹੜਾ ਮਿਊਜ਼ੀਅਮ ਆ, ਡੋਮ ਆਫ ਦ ਬੁੱਕ, ਉੱਥੇ ਅਗਰ ਤੁਸੀਂ ਦੇਖੋ ਤਾਂ ਉੱਥੇ ਇੱਕ ਤੇਲ ਦੀ ਕੁੱਪੀ ਪਈ ਛੋਟੀ ਜਿਹੀ, ਬਸ ਉਹ ਨਿਸ਼ਾਨੀ ਹੈ ਪੁਰਾਣੇ ਮੰਦਿਰ। ਸਭ ਕੁਝ ਜੋ ਦਾਊਦ ਨੇ ਆਪਣੇ ਰਾਜ ਕਾਲ ਦੇ ਵਿੱਚ ਇਕੱਠਾ ਕੀਤਾ, ਜੋ ਇਸ ਚੀਜ਼ ਨੂੰ ਇੰਨਾ ਛੋਟਾ ਨਹੀਂ ਲੈਣਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਲਈ ਪ੍ਰਭੂ ਨੇ ਗਿਆਨ ਦਿੱਤਾ ਸੀ, ਬੁੱਧੀ ਦਿੱਤੀ ਸੀ ਕਾਰੀਗਰਾਂ ਨੂੰ। ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਬਣਾਈਆਂ ਸੀ। ਉੱਥੇ ਅਨਾਰ ਸੀਗੇ, ਔਰ ਅਨਾਰ ਰਸਦਾਰ ਫਲ ਜੋ ਪ੍ਰਭੂ ਦੀ ਬਰਕਤ ਸੀ ਇਜ਼ਰਾਇਲ ਦੇ ਲਈ। ਤੂੰ ਰਸ ਦੇ ਨਾਲ ਭਰਿਆ ਰਹੇਂਗਾ, ਤੂੰ ਫਲਦਾਰ ਰਹੇਂਗਾ। ਪਰ ਪਾਪ ਇਹ ਹਾਲ ਕਰਦਾ, ਇਹ ਹਾਲ ਕਰਦਾ। ਜਿਹਦੇ ਵਿੱਚ ਇੱਕ ਚੀਜ਼ ਹੈ ਨਹੀਂ ਗੀ, ਉਹ ਇੱਕ ਚੀਜ਼ ਹੈ ਨਹੀਂ ਗੀ ਜਿਹੜੀ ਅੰਦਰ ਆਰਕ ਪਈ ਸੀ, ਉਹਦਾ ਕੀ ਬਣਿਆ। ਬਾਕੀ ਦੀਆਂ ਸਾਰੀਆਂ ਚੀਜ਼ਾਂ ਦਾ ਹੈਗਾ ਕਿ ਆਹ ਲੈ ਗਿਆ, ਆਹ ਲੈ ਗਿਆ, ਆਹ ਲੈ, ਲੇਕਿਨ ਇਹ ਨਹੀਂ ਕਿਹਾ ਕਿ ਉਹ ਆਰਕ ਵੀ ਆਪਣੇ ਨਾਲ ਲੈ। ਨੇਮ ਦਾ ਸੰਦੂਕ ਕਿੱਥੇ ਗਿਆ, ਇਹ ਮਿਸਟਰੀ। ਨੇਮ ਦੇ ਸੰਦੂਕ ਨੂੰ ਕੌਣ ਲੈ ਗਿਆ, ਉਹ ਕਿੱਥੇ ਗਿਆ। ਇਹ ਚੀਜ਼ਾਂ ਤਾਂ ਦੱਸੀਆਂ ਗਈਆਂ। ਔਰ ਜਿਸ ਤਰ੍ਹਾਂ ਯਸਾਇਆ ਨਬੀ ਨੇ ਕਿਹਾ ਸੀ ਹਿਜ਼ਕਿਯਾ ਨੂੰ, ਕਹਿੰਦਾ ਕਸਦੀ ਆਏ ਸੀਗੇ ਬਾਬਲ ਤੋਂ, ਕੀ ਦਿਖਾਇਆ, ਕਹਿੰਦਾ ਸਾਰਾ ਕੁਝ ਦਿਖਾਇਆ। ਬਸ ਕਹਿੰਦਾ ਜੋ ਜੋ ਤੂੰ ਦਿਖਾਇਆ ਇਹ ਬਾਬਲ ਨੂੰ ਜਾਏਗਾ। ਉਹ ਵਚਨ ਇੱਥੇ ਪੂਰਾ ਹੁੰਦਾ, ਉਹ ਵਚਨ ਇੱਥੇ ਪੂਰਾ ਹੁੰਦਾ। ਯਸਾਇਆ ਨਬੀ ਦਾ ਕਿਹਾ ਵਚਨ ਇੱਥੇ ਪੂਰਾ ਹੁੰਦਾ। ਜੋ ਪ੍ਰਭੂ ਉਹਦੇ ਰਾਹੀਂ ਬੋਲਿਆ ਸੀ।
राजकुमार सारे ऐसे बाबल बैठे। राजा जितों प्रभु जी यसु मसीह की लाइन चली है वो इस वेले बाबल बैठा। पपेट राजा जिसने बाबल के खिलाफ जंग करने की कोशिश की, अन्ना है, अन्ना कर दिता गया, तियां पुत्र मार दिते गए, बाबल बैठा। सारे कारीगर बाबल बैठे। पढ़िया लिखा तबका बाबल बैठा। हर वो आदमी जिहदे च करन दी कुछ ताकत आ, या बहादुर या जवान आ, बाबल बैठा। पिछे की रह गया? बुढ़े, बीमार, गरीब लोग। और अपने देश दे विच बाबल दे लई वो अंगूरां दे बाग अगे, वो अंगूरां दे बागां, वो बागां दा जिहड़ा रस हुंदा सीगा, वो फसल जिहड़ी हुंदी सी उन्हां दी अपनी हुंदी सी। ਉਹਦੇ ਵਿੱਚੋਂ प्रभु ने 10वां हिस्सा सिर्फ लैके आउंदे सी जो प्रभु ਨੂੰ ਦਿੰਦੇ ਸੀ, बाकी सारा ਉਹਨਾਂ ਦਾ ਆਪਣਾ ਹੁੰਦਾ ਸੀ। ਜੇ ਆਪਣਾ ਭਰਾ ਨੂੰ ਵੀ ਉਹ ਜ਼ਮੀਨ ਰਹਿਣ ਵੀ ਕਰ ਦਿੱਤੀ ਆ ਤਾਂ ਵੀ 7 ਸਾਲਾਂ ਬਾਅਦ ਉਹ ਜ਼ਮੀਨ ਵਾਪਸ ਮਿਲ ਜਾਂਦੀ ਸੀ। ਪਰ ਅੱਜ ਉਹ ਜਗ੍ਹਾ ਸਭ ਕੁਝ ਬਾਬਲ ਦੀ ਪਹਾੜੇ ਦੇ ਟੱਟੂ ਬਣੇ। ਇਹ ਬੁਰੀ ਹਾਲਤ ਹੋਈ। गुनाह, तौबा, बच के रहो, प्रभु के डर च बने रहो। भला आ हो, किसी ने कुछ नहीं देते, किसी ने कुछ नहीं देना, प्रभु के डर च बने रहो। तो प्रभु ने अपना मंदिर भी उठा दिता। और हुण आओ 18 आयत तो लैके असी इसनूं हुण खत्म कर दें। ਬਾਬਲ ਦੇ ਸੈਨਾਪਤੀ ਨਬੂਜ਼ਰਦਾਨ ਮੰਦਰ ਦੇ ਮਹਾਪੁਰੋਹਿਤ ਸਰਿਆਦ ਉਸ ਦੇ ਸਾਥੀ ਪੁਰੋਹਿਤ ਸਫਨਿਆ ਨੂੰ ਅਤੇ ਮੰਦਰ ਦੇ 3 ਪਹਿਰੇਦਾਰਾਂ ਨੂੰ ਵੀ ਬਾਬਲ ਵਿੱਚ ਲੈ ਗਿਆ। ਨਬੂਜ਼ਰਦਾਨ ਨੇ ਇੱਕ ਯਹੂਦੀ ਸੈਨਾਪਤੀ ਰਾਜਾ ਦੇ 5 ਦਰਬਾਰੀਆਂ ਸੈਨਾਪਤੀ ਦੇ ਸਹਾਇਕ ਜੋ ਸੈਨਾ ਦਾ ਲੇਖਾ ਰੱਖਦਾ ਸੀ ਅਤੇ ਸ਼ਹਿਰ ਦੇ 60 ਦੂਜੇ ਪ੍ਰਸਿੱਧ ਆਦਮੀਆਂ ਨੂੰ ਵੀ ਬੰਦੀ ਬਣਾਇਆ ਤੇ ਆਪਣੇ ਨਾਲ ਲੈ ਗਿਆ। ਨਬੂਜ਼ਰਦਾਨ ਇਹਨਾਂ ਸਭ ਨੂੰ ਬਾਬਲ ਦੇ ਰਾਜਾ ਕੋਲ ਰਿਬਲਾ ਵਿੱਚ ਲੈ ਗਿਆ। ਬਾਬਲ ਦੇ ਰਾਜਾ ਨੇ ਉੱਥੇ ਉਹਨਾਂ ਸਭ ਨੂੰ ਪਟਵਾ ਕੇ ਮਾਰ ਦਿੱਤਾ। ਇਸ ਤਰ੍ਹਾਂ ਯਹੂਦਾ ਦੇ ਸਭ ਲੋਕਾਂ ਨੂੰ ਪ੍ਰਵਾਸ ਵਿੱਚ ਲੈ ਜਾਇਆ ਗਿਆ। ਬਾਬਲ ਦੇ ਰਾਜਾ ਨਬੂਕਦਨਸਰ ਨੇ ਉਹਨਾਂ ਲੋਕਾਂ ਉੱਤੇ ਜੋ ਯਹੂਦਾ ਵਿੱਚ ਪਿੱਛੇ ਰਹਿ ਗਏ ਸਨ ਗਦਲਿਆ ਨੂੰ ਰਾਜਪਾਲ ਬਣਾ ਦਿੱਤਾ ਅਤੇ ਗਦਲਿਆ ਦੇ ਪਿਤਾ ਦਾ ਨਾਂ ਅਹੀਕਾਮ ਸੀ ਅਤੇ ਦਾਦੇ ਦਾ ਨਾਂ ਸ਼ਾਫਾਨ ਸੀ। ਜਦੋਂ ਯਹੂਦੀ ਸੈਨਾ ਦੇ ਅਧਿਕਾਰੀਆਂ ਤੇ ਉਹਨਾਂ ਦੇ ਆਦਮੀਆਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਗਦਲਿਆ ਨੂੰ ਯਹੂਦਾ ਦਾ ਰਾਜਪਾਲ ਬਣਾ ਦਿੱਤਾ ਹੈ ਤਾਂ ਉਹ ਸਭ ਉਸ ਨੂੰ ਮਿਲਣ ਮਿਸਪੈ ਦੀ ਥਾਂ ਉੱਤੇ ਗਏ। ਇਹਨਾਂ ਯਹੂਦੀ ਅਧਿਕਾਰੀਆਂ ਦੇ ਨਾਂ ਇਹ ਸਨ: ਨਥਨੀਆ ਉਸਦਾ ਪੁੱਤਰ ਇਸਮਾਇਲ, ਕਾਰਿਆ ਦਾ ਪੁੱਤਰ ਯੋਹਨਾ, ਨਟੋਫਤ ਦਾ ਪੁੱਤਰ ਸਰੀਆ ਅਤੇ ਮਾਅਕਾਬੀ ਦਾ ਪੁੱਤਰ ਯਾਜਨਾ। ਰਾਜਪਾਲ ਗਦਲਿਆ ਨੇ ਉਹਨਾਂ ਸਭ ਯਹੂਦੀ ਅਧਿਕਾਰੀਆਂ ਨੂੰ ਵਚਨ ਦਿੰਦੇ ਹੋਏ ਕਿਹਾ, ਤੁਸੀਂ ਬਾਬਲ ਦੇ ਅਧਿਕਾਰੀਆਂ ਤੋਂ ਜੋ ਇੱਥੇ ਰਹਿੰਦੇ ਹਨ ਨਾ ਡਰੋ, ਸਗੋਂ ਬਾਬਲ ਦੇ ਰਾਜਾ ਦੀ ਸੇਵਾ ਕਰੋ ਤਾਂ ਤੁਹਾਡਾ ਸਭ ਦਾ ਭਲਾ ਹੋਵੇਗਾ। ਉਹ ਸਾਲ ਦੇ 7ਵੇਂ ਮਹੀਨੇ ਵਿੱਚ ਨਥਨੀਆ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਇਲ ਜੋ ਸ਼ਾਹੀ ਵੰਸ਼ ਵਿੱਚੋਂ ਸੀ ਆਪਣੇ ਨਾਲ 10 ਆਦਮੀ ਲੈ ਕੇ ਆਇਆ ਤੇ ਉਸਨੇ ਰਾਜਪਾਲ ਗਦਲਿਆ ਨੂੰ ਕਤਲ ਕਰ ਦਿੱਤਾ। ਉਸਨੇ ਯਹੂਦੀਆਂ ਅਤੇ ਬਾਬਲ ਨਿਵਾਸੀਆਂ ਨੂੰ ਵੀ ਜੋ ਗਦਲਿਆ ਦੇ ਨਾਲ ਸਨ ਮਾਰ ਦਿੱਤਾ। ਇਸ ਘਟਨਾ ਦੇ ਪਿੱਛੋਂ ਸਭ ਯਹੂਦੀ ਅਧਿਕਾਰੀ ਅਮੀਰ ਤੇ ਗਰੀਬ ਮਿਸਰ ਨੂੰ ਚਲੇ ਗਏ ਕਿਉਂਕਿ ਉਹ ਬਾਬਲ ਨਿਵਾਸੀਆਂ ਤੋਂ ਡਰ ਗਏ ਸਨ।
ਯਹੂਦਾ ਦੇ ਰਾਜਾ ਯਹੋਯਾਕੀਨ ਦੇ ਪ੍ਰਵਾਸ ਦੇ 37ਵੇਂ ਸਾਲ ਦੇ 12ਵੇਂ ਮਹੀਨੇ ਦੀ 27ਵੀਂ ਤਰੀਕ ਨੂੰ ਬਾਬਲ ਦੇ ਨਵੇਂ ਰਾਜਾ ਅਵੀਲਾ ਮਰਦੋਕ ਨੇ ਆਪਣੇ ਰਾਜਕਾਲ ਦੇ ਪਹਿਲੇ ਸਾਲ ਵਿੱਚ ਹੀ ਯਹੂਦਾ ਦੇ ਰਾਜਾ ਨੂੰ ਕੈਦ ਵਿੱਚੋਂ ਕੱਢ ਕੇ ਉਸ ਨਾਲ ਚੰਗਾ ਵਰਤਾਓ ਕੀਤਾ। ਰਾਜਾ ਅਵੀਲਾ ਮਰਦੋਕ ਨੇ ਰਾਜਾ ਯਹੋਯਾਕੀਨ ਨੂੰ ਪ੍ਰਵਾਸ ਵਿੱਚ ਆਏ ਸਭ ਰਾਜਿਆਂ ਨਾਲੋਂ ਵੱਧ ਆਦਰ ਦਿੱਤਾ ਅਤੇ ਉਸ ਨਾਲ ਬਹੁਤ ਹੀ ਨਰਮਾਈ ਵਾਲਾ ਵਰਤਾਓ ਕੀਤਾ। ਇੱਥੋਂ ਤੱਕ ਕਿ ਰਾਜਾ ਯਹੋਯਾਕੀਨ ਨੂੰ ਜੇਲ੍ਹ ਦੇ ਕੱਪੜੇ ਬਦਲ ਕੇ ਆਮ ਕੱਪੜੇ ਪਹਿਨਣ ਦੀ ਆਗਿਆ ਮਿਲ ਗਈ ਅਤੇ ਉਹ ਬਾਕੀ ਦੇ ਜੀਵਨ ਭਰ ਰਾਜਾ ਦੀ ਮੇਜ਼ ਤੋਂ ਖਾਣਾ ਖਾਂਦਾ ਸੀ। ਜੀਵਨ ਭਰ ਹਰ ਦਿਨ ਉਸ ਨੂੰ ਲਗਾਤਾਰ ਬਾਬਲ ਦੇ ਰਾਜਾ ਵੱਲੋਂ ਭੱਤਾ ਮਿਲਦਾ ਸੀ। ਆਮੀਨ। ਕਿਉਂਕਿ ਉਸਨੇ ਹੁਕਮ ਮੰਨਿਆ ਪ੍ਰਭੂ ਦਾ। ਸੋ ਹੁਣ ਅਸੀਂ, ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਦੁਆਰਾ ਪੜ੍ਹਨੀਆਂ, ਅਸੀਂ ਇਤਿਹਾਸ ਦੀ ਪਹਿਲੀ ਪੁਸਤਕ ਦੇ ਵਿੱਚ ਆ ਗਏ ਹਾਂ। ਅਸੀਂ ਇਹ ਸਾਰੀਆਂ ਚੀਜ਼ਾਂ ਦੁਆਰਾ ਪੜ੍ਹਨੀਆਂ। ਕੱਲ ਤੋਂ ਇਤਿਹਾਸ ਨੂੰ ਸ਼ੁਰੂ ਕਰਾਂਗੇ ਔਰ ਫਿਰ ਕੱਲ ਨੂੰ ਫਿਰ ਪ੍ਰੋਪਰਲੀ ਸਾਰਿਆਂ ਨਬੀਆਂ ਦੀਆਂ ਪੋਥੀਆਂ ਜਿੱਥੇ ਜਿੱਥੇ ਆਉਂਦੀਆਂ ਉਹਨਾਂ ਦੇ ਨਾਲ ਨਾਲ ਅਸੀਂ ਆਪਣੇ ਇਤਿਹਾਸ ਦੀ ਪੋਥੀ ਦੇ ਵਿੱਚ ਜਾਵਾਂਗੇ। ਖਾਸ ਕਰਕੇ ਜਿਸ ਲਈ ਸੈਕੰਡ ਪੋਥੀ ਦੇ ਵਿੱਚ ਪਹੁੰਚਣਾ, ਦੂਸਰੀ ਪੋਥੀ 'ਚ ਪਹੁੰਚਣਾ, ਉੱਥੇ ਜ਼ਿਆਦਾ ਨਬੀ ਆਉਣੇ। ਲੇਕਿਨ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਪਿੱਛੇ ਜਿਹੜੇ ਬਚ ਗਏ ਸੀਗੇ ਉਹਨਾਂ ਦੇ ਉੱਤੇ ਬਾਬਲ ਦੇ ਰਾਜਾ ਨਬੂਕਦਨਸਰ ਨੇ ਇੱਕ ਰਾਜਪਾਲ ਬਣਾ ਦਿੱਤਾ। ਔਰ ਰਾਜਪਾਲ ਜਿਹੜਾ ਗਲਦਿਆ ਸੀਗਾ ਉਸਨੇ ਉਹ ਜਿਹੜੇ ਪਿੱਛੇ ਰਹਿ ਗਏ ਸੀਗੇ ਥੋੜੇ ਬਹੁਤੇ, ਉਹਨਾਂ ਦੇ ਉੱਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹ ਅਧਿਕਾਰੀ ਬਣਿਆ ਆ ਬਾਬਲ। ਸੋ ਉਹ ਸਾਰੇ ਮਿਲ ਕੇ ਉਹਦੇ ਕੋਲ ਆਏ। ਉਹ ਕਹਿੰਦਾ ਡਰੋ ਨਾ, ਤੁਸੀਂ ਬਾਬਲ ਦੇ ਰਾਜਾ ਦੀ ਸੇਵਾ ਕਰੋ, ਜੋ ਕਹਿੰਦਾ ਤੁਸੀਂ ਕਰੋ, ਤੁਹਾਨੂੰ ਕੋਈ ਕੁਛ ਨਹੀਂ ਕਰੇ। ਲੇਕਿਨ ਉਸ ਨੂੰ ਵੀ ਇਜ਼ਰਾਈਲੀਆਂ ਨੇ ਮਾਰ ਦਿੱਤਾ। ਕਿਉਂ ਮਾਰ ਦਿੱਤਾ ਅਸੀਂ ਅੱਗੇ ਜਾ ਕੇ ਦੇਖਾਂਗੇ। ਲੇਕਿਨ ਜਿੱਦਾਂ ਹੀ ਨਬੂਕਦਨਸਰ ਦੀ ਮੌਤ ਹੁੰਦੀ ਹੈ, ਜਿਹੜਾ ਉਸਦੀ ਜਗ੍ਹਾ ਤੇ ਗੱਦੀ ਦੇ ਉੱਤੇ ਬਹਿੰਦਾ ਆ, ਉਸਦਾ ਪੁੱਤਰ ਜੋ ਬਹੁਤ ਥੋੜੀ ਦੇਰ ਉਸਨੇ ਰਾਜ ਕੀਤਾ, ਉਸਨੇ ਬਹੁਤ ਚੰਗਾ ਵਰਤਾਓ ਕੀਤਾ ਯਹੋਯਾਕੀਨ ਦੇ ਨਾਲ। ਉਸਨੂੰ ਉਸਨੇ ਜੇਲ੍ਹ ਚੋਂ ਬਾਹਰ ਕੱਢ ਦਿੱਤਾ ਔਰ ਯਹੋਯਾਕੀਨ ਦੇ ਵਿੱਚੋਂ ਹੀ ਪ੍ਰਭੂ ਦੀ ਲਾਈਨ ਚੱਲਦੀ। ਉਸਨੂੰ ਜੇਲ੍ਹ ਚੋਂ ਕੱਢ ਦਿੱਤਾ, ਉਸਨੂੰ ਪੱਤਾ ਦਿੱਤਾ। ਔਰ ਸਾਨੂੰ ਇਹ ਦੇਖਣਾ ਚਾਹੀਦਾ ਕਿ ਬੇਸਿਕਲੀ ਜਰੂਸਲਮ ਜਿਹੜਾ ਆ ਇਸ ਵੇਲੇ ਆ, ਸਾਰੇ ਮਹਾਂਪੁਰੋਹਿਤ ਉੱਥੇ ਆ, ਪੁਰੋਹਿਤ ਉੱਥੇ ਆ, ਨਬੀ ਉੱਥੇ ਆ। ਸੋ ਪ੍ਰਭੂ ਦੇ ਵਚਨ ਨੂੰ ਅਧਿਕਾਰ ਨਹੀਂ ਆਇਆ ਹੈ। ਲੇਕਿਨ ਜਿਸ ਤਰ੍ਹਾਂ ਉਸਨੇ ਕਿਹਾ, ਪ੍ਰਭੂ ਨੇ ਕਿਹਾ ਸੀ ਕਿ 70 ਸਾਲ ਦੀ ਗੁਲਾਮੀ, 70 ਸਾਲ ਦੀ ਜਿਹੜੀ ਦੂਜੀ ਗੁਲਾਮੀ ਉਹਨਾਂ ਦੇ ਉੱਤੇ ਆਈ ਹੈ ਨਾ, ਇਸ ਦਾ ਕਾਰਨ ਉਹ ਆਪ। ਪਰ ਇਸ ਗੁਲਾਮੀ ਨੇ, ਇਹ ਗੁਲਾਮੀ did something good for them। ਇਹਨੇ ਕੁਝ ਭਲਾ ਕੀਤਾ ਉਹਨਾਂ ਦਾ। ਇਸ ਗੁਲਾਮੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਮੁੜ ਕੇ ਕਦੀ ਬੁੱਤਪ੍ਰਸਤੀ ਨਹੀਂ ਕੀਤੀ, ਕਦੀ ਬੁੱਤਪ੍ਰਸਤੀ ਨਹੀਂ ਕੀਤੀ। ਔਰ ਅੱਜ ਤੱਕ ਯਹੂਦੀ ਕੌਮ ਸਾਡੇ ਵਿੱਚ ਕਾਇਮ। ਇਸ ਗੁਲਾਮੀ ਨੇ ਉਹਨਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਸੀ। ਅੱਛਾ, ਮੈਂ ਤਾਂ ਰਣਜੀਤ ਨੂੰ ਕੰਮ ਤੋਂ ਲੈ ਕੇ ਜਾਣਾ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਭ ਦੇ ਨਾਲ ਬਣਿਆ ਰਹੇ। ਔਰ ਕੱਲ ਨੂੰ ਆਪਾਂ ਮਿਲਾਂਗੇ। ਲੈਟ ਅਸ ਪ੍ਰੇ। ਪਿਆਰੇ ਪ੍ਰਭੂ, ਇਸ ਵਚਨ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਇਹਨਾਂ ਚੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੁਬਾਰਾ ਪੜਾਂਗੇ ਔਰ ਖੁਦਾਵੰਦ ਤੂੰ ਉਸ ਦੇ ਵਿੱਚ ਸਾਨੂੰ ਬਰਕਤ ਦੇਣਾ ਔਰ ਚੰਗੀ ਇਸ ਤੇਰਾ ਵਚਨ ਸਾਨੂੰ ਚੰਗੀ ਤਰ੍ਹਾਂ ਸਮਝ ਆਵੇ, ਜਿਸ ਲਈ ਅਸੀਂ ਇਸ ਨੂੰ ਦੁਬਾਰਾ ਪੜ੍ਹੀਏ। ਤੇਰੀ ਬਰਕਤ ਸਾਡੇ ਸਭ ਦੇ ਨਾਲ ਬਣੀ ਰਹੇ। ਬੁਰੇ ਔਰ ਬੁਰਾਈ ਤੋਂ ਤੂੰ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਭ ਦੇ ਨਾਲ ਬਣੇ। ਕੱਲ ਨੂੰ ਮਿਲਾਂਗੇ।